ਇੱਕ ਵੀਡੀਓ ਵਾਇਰਲ ਹੁੰਦੀ ਹੈ ਨਵਜੋਤ ਸਿੰਘ ਸਿੱਧੂ ਦੀ, ਜਿਸ ਦੇ ਵਿੱਚ ਉਹ ਪਦਾਵਲੀ ਸ਼ਬਦਾਂ ਦੀ ਵੀ ਵਰਤੋਂ ਕਰਦੇ ਨੇ ਤੇ ਉਹ ਸਾਫ਼ ਤੌਰ ਤੇ ਆਪਣੇ ਫਾਦਰ ਸਾਹਿਬ ਦਾ ਨਾਂ ਲੈ ਕੇ ਆਪਣੇ ਆਪ ਨੂੰ ਸੰਬੋਧਨ ਕਰਦੇ ਨੇ ਕਿ ਜੇਕਰ ਮੈਂ ਸੀਐਮ ਹੁੰਦਾ ਤਾਂ ਸਕਸੈਸ ਕੁਝ ਹੋਰ ਹੁੰਦੀ। ਐਜ ਪਾਰਟੀ ਵਰਕਰ ਅਸੀਂ ਨਹੀਂ ਖੁਸ਼ ਹਾਂ ਕਿ ਸਾਡੇ ਪ੍ਰਧਾਨ ਨੂੰ ਇਸ ਸਟੇਜ ਦੇ ਉੱਤੇ ਅਸਤੀਫਾ ਨਹੀਂ ਸੀ ਦੇਣਾ ਚਾਹੀਦਾ। ਜਿਸ ਟਾਈਮ ਕੈਪਟਨ ਅਮਰਿੰਦਰ ਸਿੰਘ ਤੇ ਹਮੇਸ਼ਾ ਇਲਜ਼ਾਮ ਲੱਗੇ ਕਿ ਕਦੇ ਵੀ ਉਹਨਾਂ ਨੇ ਯੂਨਿਟੀ ਨਹੀਂ ਰੱਖੀ, ਆਪਣੇ ਸਾਰੇ ਸਿਪਾਹੀਆਂ ਨੂੰ ਇਕੱਠੇ ਲੈ ਕੇ ਨਹੀਂ ਤੁਰੇ, ਉਹ ਚੀਜ਼ ਹੁਣੇ ਵੀ ਨਜ਼ਰ ਆ ਰਹੀ ਹੈ ਕੈਪਟਨ ਸਾਹਿਬ ਦੇ ਜਾਣ ਤੋਂ ਬਾਅਦ ਵੀ। ਸਾਰੇ ਲੋਕ ਹੀ, ਚਾਹੇ ਕੋਈ ਮਿਨਿਸਟਰ ਸੀ ਚਾਹੇ ਕੋਈ ਐਮਐਲਏ, ਸਾਰੇ ਜਾ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਗੱਲ ਕਹਿੰਦੇ ਸੀ ਕਿ ਬਹੁਤ ਨਾਰਾਜ਼ਗੀ ਹੈ ਥੱਲੜੇ ਲੈਵਲ ਦੇ ਉੱਤੇ, ਇਹਨੂੰ ਸੰਭਾਲੋ। ਉਹ ਨਹੀਂ ਸੰਭਲਿਆ। ਅਰਵਿੰਦ ਕੇਜਰੀਵਾਲ ਦੀ ਨਕਲ ਕਰਨ ਦੀ ਜੋ ਹੈ ਉਹ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਇੱਕ ਜੋ ਗਰਾਊਂਡ ਹੈ ਉਹ ਸੈੱਟ ਕੀਤਾ ਜਾਏ। ਇਹ ਗੱਲਾਂ ਕਰਦੇ ਨੇ ਪੰਜਾਬ ਮਾਡਲ ਦੀਆਂ, ਚੰਨੀ ਸਾਹਿਬ ਦਾ ਕੇਜਰੀਵਾਲ ਕਿੱਥੋਂ ਮੁਕਾਬਲਾ ਕਰ ਲੇਗਾ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਸਾਂਝਾ ਟੀਵੀ। ਮੈਂ ਹਾਂ ਤੁਹਾਡੇ ਨਾਲ ਪ੍ਰਭਾਨੀ ਅਨੇਜਾ ਤੇ ਸਾਡੀ ਖਾਸ ਪੇਸ਼ਕਸ਼ ਬਾਈ ਦਾ ਅਖਾੜਾ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਸੋ ਤੁਸੀਂ ਜਾਣਦੇ ਹੋ ਕਿ ਹੁਣ ਪੰਜਾਬ ਦੇ ਵਿੱਚ ਵਿਧਾਨ ਸਭਾ ਇਲੈਕਸ਼ਨਸ ਬਹੁਤ ਨੇੜੇ ਹੀ ਆ ਗਏ ਨੇ, ਸਮਾਂ ਜ਼ਿਆਦਾ ਨਹੀਂ ਬਚਿਆ। ਸਾਰੀ ਪਾਰਟੀਆਂ ਵੱਲੋਂ ਆਪਣੀ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਨੇ। ਸੋ ਇਸੇ ਨੂੰ ਲੈਂਦੇ ਹੋਏ ਅੱਜ ਸਾਡੇ ਨਾਲ ਮੌਜੂਦ ਨੇ ਕਾਂਗਰਸ ਦੇ ਐਮਐਲਏ ਕੁਲਦੀਪ ਸਿੰਘ ਵੈਦ ਜੀ। ਸਰ ਬਹੁਤ ਬਹੁਤ ਸਵਾਗਤ ਤੁਹਾਡਾ ਸਾਂਝਾ ਟੀਵੀ ਤੇ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਕਾਂਗਰਸ ਦੇ ਇੱਕ ਵਰਕਰ ਹੋ, ਕਾਂਗਰਸ ਦੇ ਇੱਕ ਸਿਪਾਹੀ ਹੋ, ਕਾਂਗਰਸ ਦੇ ਵਿੱਚ ਇਸ ਟਾਈਮ ਬਹੁਤ ਜ਼ਿਆਦਾ ਧੱਕਾ ਮੁੱਖੀ ਕੁਰਸੀ ਨੂੰ ਲੈ ਕੇ, ਅਹੁਦਿਆਂ ਨੂੰ ਲੈ ਕੇ ਇੱਕ ਅਲੱਗ ਜੀ ਲੜਾਈ ਜੋ ਜਗ ਜ਼ਾਹਰ ਹੀ ਕਰ ਦਿੱਤੀ ਹੈ ਤੁਸੀਂ ਲੋਕਾਂ ਨੇ। ਮਤਲਬ ਇਹ ਲੱਗਦਾ ਸੀ ਕਿ ਕਾਂਗਰਸ ਘੱਟ ਹੈ। ਜਿਸ ਟਾਈਮ ਕੈਪਟਨ ਅਮਰਿੰਦਰ ਸਿੰਘ ਤੇ ਹਮੇਸ਼ਾ ਇਲਜ਼ਾਮ ਲੱਗੇ ਕਿ ਕਦੇ ਵੀ ਉਹਨਾਂ ਨੇ ਯੂਨਿਟੀ ਨਹੀਂ ਰੱਖੀ, ਆਪਣੇ ਸਾਰੇ ਸਿਪਾਹੀਆਂ ਨੂੰ ਇਕੱਠੇ ਲੈ ਕੇ ਨਹੀਂ ਤੁਰੇ, ਉਹ ਚੀਜ਼ ਹੁਣੇ ਵੀ ਨਜ਼ਰ ਆ ਰਹੀ ਹੈ ਕੈਪਟਨ ਸਾਹਿਬ ਦੇ ਜਾਣ ਤੋਂ ਬਾਅਦ ਵੀ। ਦੇਖੋ, ਹੁਣ ਅੱਗੇ ਨਾਲੋਂ ਚੀਜ਼ਾਂ ਬਹੁਤ ਬੈਟਰ ਹੋਈਆਂ ਨੇ। ਅਸੀਂ ਕੈਪਟਨ ਅਮਰਿੰਦਰ ਸਿੰਘ ਨਾਲ ਵੀ ਕੰਮ ਕੀਤਾ। ਉਹ ਕਿਉਂ ਅਲੱਗ ਥਲੱਗ ਪਏ ਇਹ ਆਪਾਂ ਸਾਰਿਆਂ ਨੂੰ ਪਤਾ ਹੈ। ਹੋਣਾ ਨਹੀਂ ਸੀ ਚਾਹੀਦਾ। ਸਾਰੇ ਲੋਕ ਹੀ, ਚਾਹੇ ਕੋਈ ਮਿਨਿਸਟਰ ਸੀ ਚਾਹੇ ਕੋਈ ਐਮਐਲਏ, ਸਾਰੇ ਜਾ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਗੱਲ ਕਹਿੰਦੇ ਸੀ ਕਿ ਬਹੁਤ ਨਾਰਾਜ਼ਗੀ ਹੈ ਥੱਲੜੇ ਲੈਵਲ ਦੇ ਉੱਤੇ, ਇਹਨੂੰ ਸੰਭਾਲੋ। ਉਹ ਨਹੀਂ ਸੰਭਲਿਆ। ਸਾਡੀ ਹਾਈ ਕਮਾਂਡ ਨੇ ਫੈਸਲਾ ਕੀਤਾ। ਸਰਦਾਰ ਚਰਨਜੀਤ ਸਿੰਘ ਚੰਨੀ, ਜਿਹੜੇ ਇਕੱਲੇ ਪੰਜਾਬ ਦੇ ਹੀ ਨਹੀਂ, ਇੱਕ ਮੈਂ ਗੱਲ ਤੁਹਾਨੂੰ ਦੱਸਣੀ ਚਾਹੁੰਦਾ ਤੁਹਾਡੇ ਥਰੂ ਦਰਸ਼ਕਾਂ ਨੂੰ। ਮੈਂ ਸਟੱਡੀ ਕੀਤਾ, ਹਿੰਦੁਸਤਾਨ ਦੇ ਸਭ ਤੋਂ ਜ਼ਿਆਦਾ ਪੜ੍ਹੇ ਲਿਖੇ ਚੀਫ ਮਿਨਿਸਟਰ ਨੇ। ਹਿੰਦੁਸਤਾਨ ਦੇ ਸਭ ਤੋਂ ਪੜ੍ਹੇ ਲਿਖੇ ਚੀਫ ਮਿਨਿਸਟਰ ਨੇ। MA MBA ਲਾਅ ਕੀਤਾ ਹੋਇਆ, ਆ ਉਹਨਾਂ ਦਾ ਆਖਰੀ ਸਾਲ PhD ਦਾ, ਕਾਂਗਰਸ ਦੇ ਉੱਤੇ ਉਹ PhD ਕਰ ਰਹੇ। ਜਿੱਦਣ ਦਾ ਚੀਫ ਮਿਨਿਸਟਰ ਉਹਨਾਂ ਨੂੰ ਬਣਾਇਆ, ਤੁਸੀਂ ਵੀ ਦੇਖਿਆ ਕਿ ਉਹਨਾਂ ਨੇ ਕਿਹੋ ਜਿਹੇ ਫੈਸਲੇ ਲਏ ਆ ਐਂਡ ਬਹੁਤ ਹੀ ਵਧੀਆ ਤਰੀਕੇ ਨਾਲ ਕੰਮ ਕਰਦੇ ਨੇ। ਸਾਨੂੰ ਅੱਜ ਮਹਿਸੂਸ ਹੋਣ ਲੱਗਿਆ ਕਿ ਚੀਫ ਮਿਨਿਸਟਰ ਆਫਿਸ ਵੀ ਕੋਈ ਚੀਜ਼ ਹੁੰਦੀ ਹੈ। ਯਾਨੀ 4.5 ਸਾਲ ਤੋਂ ਤੁਸੀਂ ਮੰਨਦੇ ਹੋ ਕਿ ਤੁਹਾਨੂੰ ਲੱਗਿਆ ਨਹੀਂ ਕਿ ਸਾਡਾ ਕੋਈ ਮੁੱਖ ਮੰਤਰੀ। ਮੈਂ ਪਹਿਲਾਂ ਚੈਨਲ ਤੇ ਵੀ ਕਿਹਾ, ਕੋਈ MLA ਮਿਲ ਹੀ ਨਹੀਂ ਸੀ ਸਕਦਾ, ਕੋਈ ਮਿਨਿਸਟਰ ਨਹੀਂ ਸੀ ਮਿਲ ਸਕਦਾ। ਇੰਨਾ ਜ਼ਿਆਦਾ ਗੈਪ ਵੱਧ ਗਿਆ ਸੀ। ਮੈਂ ਤੁਹਾਡੀ ਜਾਣਕਾਰੀ ਵਾਸਤੇ ਦੱਸਣਾ ਚਾਹੁੰਦਾ, ਇਹ ਜਿਹੜਾ ਗੈਪ ਵੱਧ ਗਿਆ ਸੀ, ਇਹ ਮੈਂ ਇਕੱਲੀ ਅੱਜ ਤੁਹਾਡੇ ਕੈਮਰੇ ਤੇ ਨਹੀਂ ਕਹਿ ਰਿਹਾ, ਇਹ ਗੱਲਾਂ ਮੈਂ ਵਿਧਾਨ ਸਭਾ ਦੇ ਵਿੱਚ ਰਿਕਾਰਡਡ ਨੇ, ਉਦੋਂ ਵੀ ਕਹੀਆਂ ਸੀ। ਉਸ ਟਾਈਮ ਵੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਸੰਬੋਧਨ ਕਰਕੇ, ਸਾਡੇ ਆਨਰੇਬਲ ਸਪੀਕਰ ਸਾਹਿਬ ਨੂੰ ਸੰਬੋਧਨ ਕਰਕੇ ਕਿਹਾ ਸੀ ਕਿ ਪੋਲੀਟੀਕਲ ਬੰਦਿਆਂ ਦਾ ਬਹੁਤ ਗੈਪ ਵੱਧ ਰਿਹਾ ਹੈ, ਬਿਊਰੋਕ੍ਰੇਸੀ ਤੇ ਪੋਲੀਟੀਕਲ ਬੰਦਿਆਂ 'ਚ ਬਹੁਤ ਗੈਪ ਵੱਧ ਰਿਹਾ। ਇਹ ਗੈਪ ਨਹੀਂ ਵਧਣਾ ਚਾਹੀਦਾ। ਦੇਖੋ, ਕੋਈ ਵੀ ਸਟੇਟ ਚਲਾਉਣੀ ਹੈ, ਆਪਾਂ ਆਪਣਾ ਘਰ ਚਲਾਉਂਦੇ ਹਾਂ। ਘਰ ਦੇ ਵਿੱਚ ਜੇ ਡਿਸਿਪਲਿਨ ਨਹੀਂ ਹੈ, ਅਗਰ ਫਾਦਰ ਬੱਚਿਆਂ ਦੀ ਬਰਾਬਰਤਾ ਨਹੀਂ ਰੱਖਦਾ ਤੇ ਬੱਚਿਆਂ ਨੂੰ ਪ੍ਰੋਪਰ ਟਾਈਮ ਨਹੀਂ ਦਿੰਦਾ, ਅੱਗੇ ਬੱਚੇ ਆਪਣੇ ਫਾਦਰ ਦੀ ਇੱਜ਼ਤ ਮਾਣ ਨਹੀਂ ਕਰਦੇ, ਉਹਦੇ ਵਿੱਚ ਕਸੂਰਵਾਰ ਕੌਣ ਹੈ? ਮੈਂ ਸਿੱਧੇ ਤੌਰ ਤੇ ਕਸੂਰਵਾਰ ਕੱਢਦਾ ਕਿ ਉਸ ਫੈਮਿਲੀ ਦਾ ਹੈੱਡ ਹੁੰਦਾ। ਇਸੇ ਤਰ੍ਹਾਂ ਹੀ ਸਾਡੇ ਚੀਫ ਮਿਨਿਸਟਰ ਸੀ। ਇੰਨਾ ਕੁ ਜ਼ਿਆਦਾ ਗੈਪ ਸੀ। ਮੈਂ ਵਿਧਾਨ ਸਭਾ ਦੇ ਵਿੱਚ ਇਹ ਗੱਲ ਕਹੀ ਕਿ ਕੌਨਸਟੀਟਿਊਸ਼ਨ ਨੇ 4 ਪਿਲਰ ਬਣਾਏ ਨੇ। ਜੁਡੀਸ਼ਰੀ ਹੈ, ਐਗਜ਼ੈਕਟਿਵ ਹੈ, ਲੈਜਿਸਲੇਟਰ ਹੈ, ਪ੍ਰੈਸ ਹੈ। ਜੇ ਤਾਂ ਕਿਸੇ ਕੰਟਰੀ 'ਚ ਇਹ ਬੈਲੈਂਸ ਬਣ ਜਾਵੇ 4 ਪਿਲਰ ਦਾ, ਉਹ ਕੰਟਰੀ ਬਹੁਤ ਵਧੀਆ ਚੱਲਦਾ, ਬੈਟਰ ਮੈਨੇਜ ਹੋ ਜਾਂਦਾ। ਜੇ ਉਹਦੇ 'ਚ ਬੈਲੈਂਸ ਨਹੀਂ ਹੈ ਤਾਂ ਕਿਤੇ ਨਾ ਕਿਤੇ ਖਰਾਬੀ ਆਉਣੀ ਹੈ। ਸੋ ਉਹ ਬੈਲੈਂਸ ਜਿਹੜਾ ਸੀ ਉਹ ਨਹੀਂ ਬਣ ਪਾਇਆ। ਇਹ ਗੱਲ ਮੈਂ ਵਿਧਾਨ ਸਭਾ ਦੇ ਵਿੱਚ 2 ਸਾਲ ਪਹਿਲਾਂ ਕਹੀ ਸੀ, ਅੱਜ ਨਹੀਂ ਕਹਿ ਰਿਹਾ। ਸੋ ਉਹਦਾ ਰਿਜ਼ਲਟ ਜਿਹੜਾ ਉਹ ਇੱਥੇ ਤੱਕ ਪਹੁੰਚ ਗਏ। ਜਿਹੜਾ ਸਵਾਲ ਤੁਸੀਂ ਕਿਹਾ, ਦੇਖੋ, ਹਰ ਪੋਲੀਟੀਕਲ ਪਾਰਟੀ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਕੋਈ ਮੁੱਦਿਆਂ ਦੀ ਲੜਾਈ ਹੁੰਦੀ ਹੈ। ਬਿਲਕੁਲ ਮੈਂ ਤੁਹਾਡੇ ਨਾਲ ਸਹਿਮਤ ਹਾਂ, ਕੁਰਸੀ ਦੀ ਵੀ ਲੜਾਈ ਹੁੰਦੀ ਹੈ। ਹਰ ਕੋਈ ਚਾਹੁੰਦਾ ਮੈਂ ਅੱਗੇ ਵੱਧ ਕੇ ਕਿਸੇ ਨਾ ਕਿਸੇ ਅਹੁਦਿਆਂ ਤੇ ਚਲੇ ਜਾਵਾਂ। ਲੇਕਿਨ ਜਿੱਦਣ ਦੇ ਸਰਦਾਰ ਚਰਨਜੀਤ ਸਿੰਘ ਚੰਨੀ ਬਣੇ ਨੇ, ਉਦੋਂ ਦੀ ਸਾਡੀ ਪਾਰਟੀ ਦੇ ਵਿੱਚ ਸਟੇਬਿਲਿਟੀ ਹੈ। ਸਰਦਾਰ ਨਵਜੋਤ ਸਿੰਘ ਸਿੱਧੂ ਨੇ, ਤੁਸੀਂ ਇਹ ਸਵਾਲ ਪੁੱਛੋਗੇ, ਉਹਨਾਂ ਨੇ ਅਸਤੀਫਾ ਦਿੱਤਾ, ਲੇਕਿਨ
ਹਾਈ ਕਮਾਂਡ ਨੇ ਬੈਠ ਕੇ ਜਿਹੜੀ ਉਹਨਾਂ ਦੀ ਕੋਈ ਗ੍ਰੀਵੈਂਸ ਸੀਗੀ ਉਹ ਦੂਰ ਕਰ ਦਿੱਤੀ। ਅੱਜ ਮੈਂ ਨਿਊਜ਼ਪੇਪਰ 'ਚ ਪੜ੍ਹਿਆ ਸਰਦਾਰ ਨਵਜੋਤ ਸਿੰਘ ਸਿੱਧੂ ਦਾ ਜਿਹੜਾ ਅਸਤੀਫਾ ਉਹ ਵੀ ਵਾਪਸ ਹੋ ਗਿਆ ਤੇ ਆਪਣੇ ਜਿਹੜੇ ਸਾਡੇ ਮਿਨਿਸਟਰ ਨੇ ਮੈਡਮ ਰਜੀਆ ਉਹਨਾਂ ਦਾ ਜਿਹੜਾ ਅਸਤੀਫਾ ਵੀ ਹੈ ਉਹ ਵੀ ਪ੍ਰਵਾਨ ਨਹੀਂ ਕੀਤਾ ਗਿਆ। लेकिन हले भी सूत्रों के हवाले तो जो सोर्सेस तो साढ़े सोर्सेस तो जो सानू न्यूज़ मिल रही है कि नवजोत सिंह सिद्धू के अस्तीफे ते हले क्वेश्चन मार्क ही लगा होया, हले हाई कमांड वालों वापसी नहीं किया गया। लेकिन हाँ ड्यूटी जरूर पंजाब के कुछ वर्कर्स की लगाई गई है, कुछ MLA ते मिनिस्टर्स की लगाई गई है कि उन्होंने मनाया जाए। तुसीं कहते हो कि उन्होंने नामंजूर कर दिता, लेकिन जिस टाइम लखीमपुर खेरी वास्ते एक काफला रवाना होंदा जरकपुर तो उस तो बाद तुहाडे सामने एक वीडियो वायरल होंदी है नवजोत सिंह सिद्धू की, जिस दे विच ओह पदावली शब्दां ਦੀ ਵੀ ਵਰਤੋਂ ਕਰਦੇ ਨੇ ਤੇ ਉਹ ਸਾਫ਼ ਤੌਰ ਤੇ ਆਪਣੇ ਫਾਦਰ ਸਾਹਿਬ ਦਾ ਨਾਂ ਲੈ ਕੇ ਆਪਣੇ ਆਪ ਨੂੰ ਸੰਬੋਧਨ ਕਰਦੇ ਨੇ ਕਿ ਜੇਕਰ ਮੈਂ CM ਹੁੰਦਾ ਤਾਂ ਸਕਸੈਸ ਕੁਝ ਹੋਰ ਹੁੰਦੀ। ਫਿਰ ਇਹ ਕੀ ਹੈ? ਦੇਖੋ ਇਹ ਸਰਦਾਰ ਨਵਜੋਤ ਸਿੰਘ ਸਿੱਧੂ ਦਾ ਇੰਡੀਵਿਜੂਅਲ ਮਸਲਾ ਹੈ। ਉਹ ਵੀਡੀਓ ਸਾਰੀ ਦੁਨੀਆ ਨੇ ਵੇਖੀ ਹੈ, ਮੈਂ ਵੀ ਵੇਖੀ ਹੈ। ਇਹਦੇ ਵਾਸਤੇ ਤਾਂ ਟਿੱਪਣੀ ਜੇ ਤੁਸੀਂ ਮੈਨੂੰ ਕਹੋ ਮੈਂ ਤਾਂ ਨਹੀਂ ਕਰ ਸਕਦਾ, ਕਿਉਂਕਿ ਉਹਨਾਂ ਦੇ ਇੰਡੀਵਿਜੂਅਲ ਵਿਚਾਰ ਹੈ। ਇਹ ਸਵਾਲ ਤਾਂ ਬੈਟਰ ਹੈ ਕਿ ਤੁਸੀਂ ਇਹ ਸਵਾਲ ਸਰਦਾਰ ਨਵਜੋਤ ਸਿੰਘ ਸਿੱਧੂ ਨੂੰ ਪੁੱਛੋ, ਉਹ ਇਹਦਾ ਬੈਟਰ ਆਨਸਰ ਦੇ ਸਕਦੇ। यानी कि उन्होंने फिर प्रधानगी तो अहदे तो अस्तीफा इसे करके दिता क्योंकि उन्होंने मुख्य मंत्री नहीं बनाया। नहीं, मैं तो तुहानूं कहा कि ਇਹਦਾ ਆਨਸਰ ਜਿਹੜਾ ਉਹ ਬੈਟਰ ਸਰਦਾਰ ਨਵਜੋਤ ਸਿੰਘ ਸਿੱਧੂ ਦੇ ਸਕਦੇ ਆ। ਤੁਹਾਨੂੰ ਕੀ ਲੱਗਦਾ ਹੈ ਪਾਰਟੀ ਦਾ ਇੱਕ ਵਰਕਰ ਹੋਣ ਦੇ ਨਾਤੇ, ਇੱਕ ਜੁਝਾਰੂ ਸਿਪਾਹੀ ਹੋਣ ਦੇ ਨਾਤੇ ਕਿ ਨਵਜੋਤ ਸਿੰਘ ਸਿੱਧੂ ਜਾਂ ਚਰਨਜੀਤ ਸਿੰਘ ਚੰਨੀ ਤਾਂ ਮੁੱਖ ਮੰਤਰੀ ਬਣ ਗਏ, ਜੇਕਰ ਨਵਜੋਤ ਸਿੰਘ ਸਿੱਧੂ ਬਣਦੇ ਤਾਂ ਵਧੀਆ ਪਾਰਟੀ ਵਾਸਤੇ ਕੌਣ ਹੈ ਜ਼ਿਆਦਾ? ਨਹੀਂ, ਇਸ ਤਰ੍ਹਾਂ ਨਹੀਂ ਹੁੰਦਾ। ਦੇਖੋ ਇਹ ਕੌਨਸਟੀਟਿਊਸ਼ਨ ਹੈ ਕਾਂਗਰਸ ਦਾ, ਤਕਰੀਬਨ ਸਾਰੀਆਂ ਪਾਰਟੀਆਂ ਦਾ। ਇੱਕ ਚੀਫ ਮਿਨਿਸਟਰ ਹੁੰਦਾ, ਇੱਕ ਪ੍ਰਧਾਨ ਹੁੰਦਾ। ਜਿੱਦਾਂ ਇਸ ਟੀਮ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਚੀਫ ਮਿਨਿਸਟਰ ਸੀ, ਮਿਸਟਰ ਸੁਨੀਲ ਜਾਖੜ ਪ੍ਰਧਾਨ ਸੀ। ਮੈਂ ਜਿਹੜੀ ਤੁਹਾਨੂੰ 4 ਪਿਲਰ ਦੀ ਗੱਲ ਕੀਤੀ ਹੈ ਕਿ ਜੇ ਕੌਨਸਟੀਟਿਊਸ਼ਨ ਦੇ ਮੁਤਾਬਕ 4 ਪਿਲਰ ਜਿਹੜੇ ਨੇ ਸਾਡੀ ਇਹਦੀ ਕੌਨਸਟੀਟਿਊਸ਼ਨ ਦੇ ਸਾਡੇ ਮੁਲਕ ਦੇ, ਜੇ ਉਹ ਬੈਲੈਂਸ ਬਣਦਾ ਤੇ ਬਹੁਤ ਅੱਛਾ ਚੱਲਦਾ, ਅਗਰ ਬੈਲੈਂਸ ਨਹੀਂ ਬਣਦਾ ਤੇ ਉਹ ਡਗਮਗਾਉਂਦਾ। ਮੇਰਾ ਖਿਆਲ ਹੈ ਕਿ ਮੇਰੇ ਤੁਹਾਡੇ ਸਵਾਲ ਦਾ ਜਵਾਬ ਇਹੀ ਹੈ ਕਿ ਸਰਦਾਰ ਨਵਜੋਤ ਸਿੰਘ ਸਿੱਧੂ ਪ੍ਰਧਾਨ ਨੇ, ਉਹਨਾਂ ਨੂੰ ਪਾਰਟੀ ਚਲਾਉਣੀ ਚਾਹੀਦੀ ਹੈ। ਸਰਦਾਰ ਚਰਨਜੀਤ ਸਿੰਘ ਚੰਨੀ ਚੀਫ ਮਿਨਿਸਟਰ ਬਣ ਗਏ, ਉਹਨਾਂ ਨੂੰ ਸਰਕਾਰ ਚਲਾਉਣੀ ਚਾਹੀਦੀ ਹੈ। पार्टी और सरकार की गल करते हैं, पार्टी और सरकार अपने तक ही सीमित रह जाती है। जिन्ने मंत्री होंगे MLAs होंगे अपने तक ही सीमित रह जाते हैं, लेकिन जिन्होंने वोटां पा के उन्होंने सत्ता ते बिठाया होंदा उन्होंने भुल जाते हैं। 4.5 साल तुहानूं पंजाब के लोग कांग्रेस सरकार नूं नज़र नहीं आए, हुण एकदम मुख्यमंत्री बदलते ही तुहानूं ओह काम नज़र आ गए जिहड़े तुसीं 4.5 साल पहलां वादे कीते। मैं तुहाडी इस गल नाल बिल्कुल सहमत नहीं है, बिल्कुल भी सहमत नहीं है। ਜਦੋਂ ਕੈਪਟਨ ਅਮਰਿੰਦਰ ਸਿੰਘ ਚੀਫ ਮਿਨਿਸਟਰ ਬਣੇ, ਸਾਡੀ ਸਰਕਾਰ ਬਣੀ, ਉਦੋਂ ਤੋਂ ਲੈ ਕੇ ਜਦੋਂ ਰਿਜ਼ਾਈਨ ਕੀਤਾ ਬਹੁਤ ਅੱਛੇ ਕੰਮ ਹੋਏ ਨੇ। ਇਹ ਨਹੀਂ ਕਿ ਕੰਮ ਨਹੀਂ ਹੋਇਆ ਜਾਂ ਸਾਡੇ ਕਿਸੇ ਵਰਕਰ ਨੂੰ ਅਸੀਂ ਨਹੀਂ ਪਹਿਚਾਣਿਆ। 6300 ਕਰੋੜ ਰੁਪਏ ਦਾ ਕਰਜ਼ਾ ਮਾਫ ਕੀਤਾ ਉਸ ਸਟੇਟ ਨੇ ਜਿਹੜੀ ਆਲਰੇਡੀ ਡੈਫਿਸਿਟ ਫਾਈਨਾਂਸਿੰਗ ਵੀ ਸੀ। ਬੜਾ ਔਖਾ ਸਟੈਪ ਸੀ। ਅੱਜ ਆਪੋਜੀਸ਼ਨ ਪਾਰਟੀ ਵਾਲੇ ਜਿਵੇਂ ਮਰਜ਼ੀ ਕਹਿਣ, ਚਿੱਟੇ ਦੇ ਉੱਤੇ ਸਾਡੀ ਸਰਕਾਰ ਨੇ ਬਹੁਤ ਕੰਟਰੋਲ ਕੀਤਾ। ਕੋਈ ਚੀਜ਼ ਖਤਮ ਨਹੀਂ ਕੀਤੀ ਜਾ ਸਕਦੀ, ਲੇਕਿਨ ਚਿੱਟੇ ਦੇ ਉੱਤੇ ਅੱਜ ਤੁਸੀਂ ਮੇਰੇ ਹਲਕੇ ਜਾਂ ਬਾਕੀ ਹਲਕਿਆਂ ਚਲੇ ਜਾਓ, ਮੈਂ ਇਹ ਨਹੀਂ ਕਹਿੰਦਾ ਕਿ ਚਿੱਟਾ ਨਹੀਂ ਮਿਲਦਾ, ਪਰ ਉਹਦੀ ਕਮਰ ਬਿਲਕੁਲ ਤੋੜੀ ਹੈ ਸਾਡੀ ਸਰਕਾਰ ਨੇ। ਸ਼ਡਿਊਲਡ ਕਾਸਟ ਪਰਿਵਾਰਾਂ ਦਾ 520 ਕਰੋੜ ਰੁਪਏ ਦਾ ਕਰਜ਼ਾ ਮਾਫ ਹੋਇਆ। 13 ਲੱਖ ਮੇਰਾ ਖਿਆਲ 12,399 ਜਾਂ 13 ਲੱਖ ਦੇ ਕਰੀਬ ਸਮਾਰਟਫੋਨ ਵੰਡੇ ਗਏ ਨੇ ਪੰਜਾਬ ਦੇ ਵਿੱਚ। ਲੜਕੀਆਂ ਤੇ ਲੜਕਿਆਂ ਦੀ ਸਰਕਾਰੀ ਸਕੂਲਾਂ ਦੇ ਵਿੱਚ ਫੀਸ ਮਾਫ ਕੀਤੀ ਗਈ ਹੈ। 1500 ਰੁਪਇਆ ਸਾਡਾ ਪੈਨਸ਼ਨ ਸੀ, ਉਹ ਸਾਡੀਆਂ ਬੀਬੀਆਂ ਦੀ 1500 ਰੁਪਇਆ ਪੈਨਸ਼ਨ ਕੀਤੀ ਗਈ ਹੈ। ਆਸ਼ੀਰਵਾਦ ਸਕੀਮ ਜਿਹੜੀ ਸੀ ਸਾਡੀਆਂ ਦਲਿਤ ਪਰਿਵਾਰਾਂ ਦੀ ਜਿਹੜੀ ਬੇਟੀਆਂ ਦੀ ਸ਼ਾਦੀ ਉੱਤੇ 51,000 ਰੁਪਇਆ ਸ਼ਗਨ ਸਕੀਮ ਕੀਤੀ ਗਈ ਹੈ। ਇਹ ਸਾਰੀਆਂ ਗੱਲਾਂ ਹੋਈਆਂ ਨੇ। ਇਹ ਕਹਿ ਦੇਣਾ ਕਿ ਪਿਛਲੀ ਸਰਕਾਰ ਵਿੱਚ ਬਿਲਕੁਲ ਹੀ ਕੁਝ ਨਹੀਂ ਹੋਇਆ, ਮੈਂ ਇਸ ਗੱਲ ਨਾਲ ਬਿਲਕੁਲ ਸਹਿਮਤ ਨਹੀਂ ਹਾਂ। ਠੀਕ ਹੈ, ਸਰਦਾਰ ਚੰਨੀ ਨੇ ਆ ਕੇ ਬਹੁਤ ਤੁਰੰਤ ਫੈਸਲੇ ਲਏ ਨੇ। ਮੈਂ ਆਪਣੇ ਆਪ ਨੂੰ ਬੜਾ ਜਨੂਨੀ ਸਮਝਦਾ ਸੀ, ਬਟ ਸਰਦਾਰ ਚਰਨਜੀਤ ਸਿੰਘ ਚੰਨੀ ਤਾਂ ਸ਼ਾਇਦ ਮੇਰੇ ਤੋਂ 10 ਗੁਣਾ ਜ਼ਿਆਦਾ ਜਨੂਨੀ ਨੇ। ਮੈਂ ਤਾਂ ਹੈਰਾਨ ਹਾਂ, ਮੈਂ ਜਿੱਦਣ ਦੇ ਆ 15-20 ਦਿਨ ਹੋਏ ਆ, ਉਹ ਬੰਦਾ ਸੌਂਦਾ ਹੀ ਨਹੀਂਗਾ। ਮੈਂ ਇੱਕ ਦਿਨ ਸਾਡੀ 11:45 ਵਜੇ ਤੀਜੇ ਦਿਨ ਸੈਕਟਰੀਏਟ 'ਚੋਂ ਅਸੀਂ ਨੀਚੇ 11:45 ਵਜੇ, ਦੇਰ ਇਜ਼ ਰਿਕਾਰਡਿੰਗ ਆਲਸੋ। ਅਗਲੇ ਦਿਨ ਮੈਂ 9-10 ਵਜੇ ਉਹਨਾਂ ਦੇ ਕੋਲੋਂ ਘਰੋਂ ਆ ਗਿਆ। ਮੈਂ ਤਾਂ ਕਿ ਕਿਤੇ ਸੌਂ ਗਏ ਹੋਣੇ। ਮੈਨੂੰ ਅਗਲੇ ਦਿਨ ਪਤਾ ਲੱਗਿਆ ਕਿ 4 ਵਜੇ ਤੱਕ ਤੜਕੇ ਉਹ ਮੀਟਿੰਗਸ ਹੁੰਦੀਆਂ ਰਹੀਆਂ। ਇੱਕ ਦਿਨ ਅਸੀਂ 5-6 ਦਿਨ ਦੀ ਗੱਲ ਹੈ, ਸ਼ਾਮ ਨੂੰ ਅਸੀਂ ਬੈਠੇ ਤੇ ਨੈਚੁਰਲੀ ਹੁਣ ਜਿਹੜਾ ਬੰਦਾ ਸਾਰੇ ਉਹ ਵੀ ਸਾਡੇ ਵਰਗਾ ਇਨਸਾਨ ਹੈ, ਮੈਂ ਵੇਖਿਆ ਕਿ ਕਾਫੀ ਚਿਹਰੇ ਤੇ ਥੋੜਾ ਜਿਹਾ ਲੱਗਦਾ ਵੀ ਥਕਾਵਟ ਹੈ। ਮੈਂ ਹੱਥ ਜੋੜੇ, ਮੈਂ ਕਿਹਾ ਸਰ 15-20 ਮਿੰਟ ਰੈਸਟ ਕਰ ਲਓ। ਸਿਰਫ 45 ਮਿੰਟ ਸੀਗੇ, 45 ਮਿੰਟ ਸੀਗੇ। ਉਹ ਮੈਨੂੰ ਨਹੀਂ ਪਤਾ, ਮੈਂ ਤਾਂ ਉੱਠ ਕੇ ਆ ਗਿਆ ਕਿ ਉਹਨਾਂ ਨੇ 45 ਮਿੰਟ ਫੋਨਾਂ ਤੇ ਲੱਗੇ ਰਹੇ ਜਾਂ ਕਿਸੇ ਅਫਸਰ ਨਾਲ ਮੀਟਿੰਗ ਕੀਤੀ। ਮੈਨੂੰ ਤਾਂ ਲੱਗਦਾ ਉਹ ਵੀ ਨਹੀਂ ਕੀਤੀ। ਸੋ ਇਹੋ ਜਿਹਾ ਚੀਫ ਮਿਨਿਸਟਰ ਪੰਜਾਬ ਨੂੰ ਮਿਲਿਆ।
ਸੋ ਇਸ ਕਰਕੇ ਇਹ ਕਹਿ ਦੇਣ ਕਿ ਪਹਿਲਾਂ ਕੁਝ ਕੰਮ ਨਹੀਂ ਹੋਇਆ, ਇਹ ਬਿਲਕੁਲ ਗਲਤ ਹੈ। ਠੀਕ ਹੈ, ਕਮੀਆਂ ਕੁਝ ਰਹੀਆਂ, ਉਹ ਕਮੀਆਂ ਦਾ ਰਿਜ਼ਲਟ ਸੀ ਕਿ 5 ਸਾਲਾਂ ਦੇ ਵਿੱਚ ਸਾਡੇ ਦੂਸਰੇ ਚੀਫ ਮਿਨਿਸਟਰ ਬਣ ਗਏ ਸਰਦਾਰ ਚਰਨਜੀਤ ਸਿੰਘ ਨੇ। ਓਪਨ ਗੱਲਾਂ ਨੇ। ਤੁਹਾਡੀ ਵਜ਼ਾਰਤ ਤੇ ਵੀ ਸਵਾਲ ਚੁੱਕੇ ਜਾਣੇ, ਜਿਹੜੀ ਨਵੀਂ ਵਜ਼ਾਰਤ ਬਣੀ ਹੈ ਅੰਦਰ ਹੀ ਪਾਰਟੀ ਦੇ ਲੀਡਰਸ ਹੀ ਇਸ ਤੇ ਸਵਾਲ ਚੁੱਕ ਰਹੇ ਨੇ। ਰਵਨੀਤ ਬਿੱਟੂ ਨਵਜੋਤ ਸਿੰਘ ਸਿੱਧੂ ਦੇ ਨਾਲ ਖੁਸ਼ ਨਜ਼ਰ ਨਹੀਂ ਆਉਂਦੇ। ਇੱਥੇ ਤੱਕ ਕਿ ਉਹ ਤਾਂ ਕਹਿੰਦੇ ਨੇ ਕਿ ਨਵਜੋਤ ਸਿੱਧੂ ਆਰਐਸਐਸ ਦਾ ਬੰਦਾ। ਦੇਖੋ, ਇਹ ਆਰਐਸਐਸ ਦੇ ਬੰਦੇ ਦਾ ਜੇ ਸਰਦਾਰ ਰਵਨੀਤ ਸਿੰਘ ਬਿੱਟੂ ਨੇ ਜ਼ਿਕਰ ਕੀਤਾ, ਮੈਂ ਸਾਨੂੰ ਇਹਦੇ ਬਾਰੇ ਕੋਈ ਜਾਣਕਾਰੀ, ਇਹ ਤਾਂ ਜਾਣਕਾਰੀ ਔਨ ਰਿਕਾਰਡਸ ਹੈ, ਉਹਨਾਂ ਨੇ ਮੀਡੀਆ ਅੱਗੇ ਫਾਈਟ ਦਿੱਤੀ, ਪਰ ਇਹਦਾ ਆਨਸਰ ਤਾਂ ਸਰਦਾਰ ਰਵਨੀਤ ਸਿੰਘ ਬਿੱਟੂ ਦੇ ਸਕਦੇ ਆ। ਇਹਦਾ ਇਸ ਸਵਾਲ ਦਾ ਵੀ ਤੁਹਾਡੇ ਦਾ, ਕਿਉਂਕਿ ਮੇਰੇ ਕੋਲ ਕੋਈ ਫੈਕਟਸ ਨਹੀਂ ਹੈ, ਮੈਂ ਇਸ ਸਵਾਲ ਦਾ ਤੁਹਾਡੇ ਜਵਾਬ ਨਹੀਂ ਦੇ ਸਕਦਾ। ਦੇਖੋ, ਹਰ ਪੋਲੀਟੀਕਲ ਪਾਰਟੀ ਦੇ ਵਿੱਚ ਕਿਤੇ ਨਾ ਕਿਤੇ, ਤੁਸੀਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਲੈ ਲਓ, 18 ਵੱਡੇ ਲੀਡਰ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਚਲੇ ਗਏ। ਹੁਣ ਵੀ ਸ਼੍ਰੋਮਣੀ ਅਕਾਲੀ ਦਲ ਦੇ ਬਹੁਤ ਲੀਡਰ ਕਾਂਗਰਸ ਵਿੱਚ ਆਉਣਾ ਚਾਹੁੰਦੇ ਨੇ। ਇਹੀ ਆਮ ਆਦਮੀ ਪਾਰਟੀ ਦਾ ਹਾਲ ਹੈ। ਤੁਸੀਂ ਦੇਖੋ, ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ 3 ਸਿਟਿੰਗ ਐਮਐਲਏ, ਕਦੇ ਹੁੰਦਾ ਕਿ ਸਿਟਿੰਗ ਐਮਐਲਏ ਦੂਜੀ ਪਾਰਟੀ ਚਲੇ ਜਾਣ, 3 ਸਿਟਿੰਗ ਐਮਐਲਏ ਆ ਗਏ, 2 ਤਿਆਰ ਬੈਠੇ ਨੇ। ਤੇ ਅੱਜ ਤੱਕ ਆਮ ਆਦਮੀ ਪਾਰਟੀ ਆਪਣਾ ਕੋਈ ਪੰਜਾਬ 'ਚ ਚਿਹਰਾ ਨਹੀਂ ਦੇ ਸਕੀ। ਅੱਜ ਟੁਡੇ ਇਜ਼ 12 ਅਕਤੂਬਰ, 12 ਅਕਤੂਬਰ ਹੈ, ਤੇ ਮੇਰਾ ਖਿਆਲ ਹੈ ਜੇ ਸਾਰਾ ਕੁਝ ਪ੍ਰੋਸੈਸ ਆਪਣਾ ਪਿਛਲੇ ਤਰ੍ਹਾਂ ਹੀ ਚੱਲੇ, ਮਤਲਬ ਕਿ ਦਸੰਬਰ ਦੇ ਲਾਸਟ ਵੀਕ ਕੋਡ ਲੱਗੇ, ਫਰਵਰੀ ਦੇ ਫਸਟ ਵੀਕ ਵੋਟਾਂ ਪੈਣ, ਕਿੰਨੇ 4 ਮਹੀਨੇ ਰਹਿ ਗਏ। 4 ਮਹੀਨੇ ਕੀ, ਅੱਜ ਟੁਡੇ 12 ਅਕਤੂਬਰ ਦੇ ਜਿੰਨੇ ਰਹਿ ਗਏ, ਨਵੰਬਰ, ਦਸੰਬਰ, ਜਨਵਰੀ, ਤਕਰੀਬਨ 3 ਮਹੀਨੇ ਤੇ ਆਹ ਤੁਹਾਡੇ 18 ਦਿਨ ਰਹਿ ਗਏ। ਹਾਲੇ ਤੱਕ ਆਮ ਆਦਮੀ ਪਾਰਟੀ ਕੋਈ ਚਿਹਰਾ ਹੀ ਨਹੀਂ ਦੇ ਸਕੀ। ਉਹ ਵੇਟ ਕਰਦੇ ਨੇ ਕੋਈ ਇੱਧਰ ਉੱਧਰੋਂ ਕੋਈ ਚੰਗਾ ਚਿਹਰਾ ਸ਼ਿਫਟ ਹੋਵੇ, ਤੇ ਫਿਰ ਇੱਦਾਂ ਪਾਰਟੀਆਂ ਨਹੀਂ ਚੱਲਦੀਆਂ। ਇਹ ਹੁੰਦੀ ਆ, ਪਾਰਟੀਆਂ ਦੇ ਵਿੱਚ ਪ੍ਰੋਬਲਮਸ ਹੁੰਦੀਆਂ, ਲੇਕਿਨ ਜੋ ਕਾਂਗਰਸ ਹੈ, ਕਾਂਗਰਸ ਦਾ ਕੋਈ ਆਲਟਰਨੇਟਿਵ ਨਹੀਂ। ਬੀਬਾ, ਮੈਂ ਆਈਐਸ ਦੀ ਨੌਕਰੀ ਛੱਡ ਕੇ ਆਇਆ ਸੀ ਤੇ ਇੱਕੋ ਸੁਪਨਾ ਸੀ ਵੀ ਸੈਕੂਲਰ ਪਾਰਟੀ ਜੁਆਇਨ ਕਰਨੀ ਹੈ। ਮੈਨੂੰ ਦੂਜੀਆਂ ਪਾਰਟੀਆਂ ਵੱਲੋਂ ਵੀ ਆਫਰ ਸੀ। ਮੈਂ 5 ਸਾਲ ਪਹਿਲਾਂ ਆਈਐਸ ਦੀ ਨੌਕਰੀ ਛੱਡ ਦਿੱਤੀ। ਮੈਂ ਤਾਂ ਡੀਸੀ ਲੱਗਿਆ ਹੋਇਆ ਸੀ, ਮੌਜ ਸੀ। ਮੈਨੂੰ ਇੱਕ ਸੁਪਨਾ ਸੀ ਮੇਰੇ ਫਾਦਰ ਵੱਲੋਂ, ਮਾਈ ਫਾਦਰ ਵਾਜ ਫਰੀडम फाइटर, ਕਿ ਨਹੀਂ ਪੁੱਤ ਨੌਕਰੀ ਵੀ ਕਰ ਲਈ, ਪ੍ਰੋਫੈਸ਼ਨਲੀ ਮੈਂ ਵਕੀਲ ਵੀ ਹਾਂ, ਕਿ ਨਹੀਂ ਪੁੱਤ ਲੋਕਾਂ ਦੀ ਸੇਵਾ ਕਰਨੀ ਹੈ। 5 ਸਾਲ ਦੀ ਨੌਕਰੀ ਛੱਡ ਕੇ ਆ ਕੇ ਬੈਠ ਗਿਆ ਲੋਕਾਂ 'ਚ। ਤੁਸੀਂ ਗੱਲ ਕੀਤੀ ਕਿ ਆਮ ਆਦਮੀ ਪਾਰਟੀ ਕੋਲ ਚਿਹਰਾ ਨਹੀਂ ਹੈ, ਕਾਂਗਰਸ ਦਾ ਚਿਹਰਾ ਫਾਈਨਲ ਹੈ, ਚਰਨਜੀਤ ਸਿੰਘ ਚੰਨੀ ਹੀ ਹੋਣਗੇ। ਦੇਖੋ, ਸਾਡੇ ਸਰਦਾਰ ਚਰਨਜੀਤ ਸਿੰਘ ਚੰਨੀ ਚੀਫ ਮਿਨਿਸਟਰ ਨੇ, ਸਾਡੇ ਪਾਰਟੀ ਦੇ ਪ੍ਰਧਾਨ ਸਰਦਾਰ ਨਵਜੋਤ ਸਿੰਘ ਸਿੱਧੂ ਨੇ। ਹੋਰ ਕੀ ਚਾਹੀਦਾ ਪਾਰਟੀ ਨੂੰ? ਬਟ ਉਹ ਤਾਂ ਮੰਨਦੇ ਹੀ ਨਹੀਂ ਆਪਣੇ ਆਪ ਨੂੰ ਪ੍ਰਧਾਨ, ਨਾ ਉਹ ਆਪਣੀ ਕੁਰਸੀ ਨਾਲ ਖੁਸ਼ ਨੇ, ਨਾ ਉਹ ਪੰਜਾਬ ਦੇ ਲੋਕਾਂ ਦੇ ਨਾਲ। ਮੈਨੂੰ ਨਹੀਂ ਲੱਗਦਾ ਕੋਈ ਇਹੋ ਜੀ ਗੱਲ ਹੈ। ਕਈ ਤਰ੍ਹਾਂ ਦੇ ਮੁੱਦਿਆਂ ਦੀ ਲੜਾਈ ਹੁੰਦੀ ਹੈ, ਉਹ ਲੜਦੇ ਨੇ, ਉਹ ਆਪਣੇ ਲੈਵਲ ਦੇ ਉੱਤੇ ਲੜਾਈ ਲੜਦੇ ਨੇ। ਪਾਰਟੀ ਦੇ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦੇਣਾ ਰਾਹੁਲ ਗਾਂਧੀ ਔਰ ਪ੍ਰਿਯੰਕਾ ਗਾਂਧੀ ਵੱਲੋਂ ਇੱਕ ਬਹੁਤ ਹੀ ਵੱਡਾ ਵਿਸ਼ਵਾਸ ਉਹਨਾਂ ਤੇ ਕੀਤਾ ਗਿਆ। ਕੈਪਟਨ ਅਮਰਿੰਦਰ ਸਿੰਘ ਜੋ ਸਭ ਤੋਂ ਪੁਰਾਣੇ ਸਿਪਾਹੀ ਸੀਗੇ ਕਾਂਗਰਸ ਦੇ ਔਰ ਬਹੁਤ ਸੀਨੀਅਰ ਲੀਡਰ, ਉਹਨਾਂ ਨੂੰ ਇੱਕ ਪਾਸੇ ਨਾਰਾਜ਼ ਕਰਕੇ, ਉਹਨਾਂ ਨੂੰ ਸਾਈਡਲਾਈਨ ਕਰਕੇ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨਗੀ ਦਾ ਅਹੁਦਾ ਦਿੱਤਾ ਗਿਆ, ਤੇ ਉਹਨਾਂ ਨੇ ਤਾਂ ਉਹਨੂੰ ਵੀ ਲਾਤੀ ਮਾਰ ਦਿੱਤੇ। ਦੇਖੋ, ਮੈਂ ਤੁਹਾਨੂੰ ਫਿਰ ਇੱਕੋ ਗੱਲ ਕਹਿਣਾ ਬੀਬਾ, ਕਿ ਇਹ ਜਿਹੜੇ ਸਵਾਲ ਨੇ ਨਾ, ਇਹਨਾਂ ਦੇ ਆਨਸਰ ਬੈਟਰ ਸਰਦਾਰ ਨਵਜੋਤ ਸਿੰਘ ਸਿੱਧੂ ਦੇ ਸਕਦੇ। ਹਾਂ, ਐਜ ਪਾਰਟੀ ਵਰਕਰ ਅਸੀਂ ਨਹੀਂ ਖੁਸ਼ ਹਾਂ ਕਿ ਸਾਡੇ ਪ੍ਰਧਾਨ ਨੂੰ ਇਸ ਸਟੇਜ ਦੇ ਉੱਤੇ ਅਸਤੀਫਾ ਨਹੀਂ ਸੀ ਦੇਣਾ ਚਾਹੀਦਾ। ਮੈਂ ਉਹਨਾਂ ਨੂੰ ਰਿਕੁਐਸਟ ਕੀਤੀ ਜਾ ਕੇ ਕਿ ਪ੍ਰਧਾਨ ਜੀ, ਤੁਹਾਨੂੰ ਸਾਡੀ ਹਾਈ ਕਮਾਂਡ ਨੇ ਪ੍ਰਧਾਨ ਬਣਾਇਆ, ਤੁਹਾਨੂੰ ਐਦਾਂ ਬਲੈਟੈਂਟਲੀ, ਠੀਕ ਹੈ ਕੋਈ ਡਿਫਰੈਂਸਿਸ ਹੋ ਸਕਦੇ ਆ, ਲੇਕਿਨ ਉਹਨਾਂ ਦਾ ਇੱਕ ਆਪਣਾ ਵਿਊ ਪੁਆਇੰਟ ਸੀ, ਪਰ ਉਹ ਜਿਹੜਾ ਵਿਊ ਪੁਆਇੰਟ ਆ ਉਹ ਹੁਣ ਸੈਟਲ ਹੋ ਗਿਆ, ਤੇ ਹੁਣ ਸਾਰਾ ਕੁਝ ਜਿਹੜਾ ਕਾਂਗਰਸ ਪਾਰਟੀ 'ਚ ਉਹ ਠੀਕ ਹੈ। ਫਿਲਹਾਲ ਇੱਥੇ ਵੇਲਾ ਹੋ ਚਲਾ ਇੱਕ ਛੋਟੀ ਜਿਹੀ ਬ੍ਰੇਕ ਲੈਂਦਾ, ਬ੍ਰੇਕ ਤੋਂ ਬਾਅਦ ਛੇਤੀ ਲੌਟਦੇ ਹਾਂ। ਸਾਡੇ ਨਾਲ ਮੌਜੂਦ ਨੇ ਕਾਂਗਰਸ ਦੇ ਐਮਐਲਏ ਕੁਲਦੀਪ ਸਿੰਘ ਵੈਦ ਜੀ। ਬ੍ਰੇਕ ਤੋਂ ਬਾਅਦ ਸਾਂਝਾ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਇੱਕ ਵਾਰੀ ਫਿਰ ਤੋਂ ਸਵਾਗਤ ਹੈ। ਤੁਸੀਂ ਵੇਖ ਰਹੇ ਹੋ ਬਾਈ ਦਾ ਅਖਾੜਾ, ਮੇਰੇ ਨਾਲ ਮੌਜੂਦ ਨੇ ਕੁਲਦੀਪ ਸਿੰਘ ਵੈਦ ਜੀ। ਸਰ, ਗੱਲ ਕੀਤੀ ਤੁਸੀਂ ਕਿ ਹੁਣ ਸਭ ਕੁਝ ਠੀਕ ਹੈ। ਨਵਜੋਤ ਸਿੰਘ ਸਿੱਧੂ ਨੇ ਸਵਾਲ ਚੱਕੇ ਸੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਹੋਮ ਮਿਨਿਸਟਰੀ ਦੇਣ ਤੇ, ਨਵਜੋਤ ਸਿੰਘ ਸਿੱਧੂ ਨੇ ਸਵਾਲ ਚੱਕਿਆ ਸੀ ਗੁਰਜੀਤ ਸਿੰਘ ਰਾਣਾ ਨੂੰ ਕੈਬਨਿਟ ਮਿਨਿਸਟਰ ਬਣਾਉਣ ਤੇ, ਨਵਜੋਤ ਸਿੰਘ ਸਿੱਧੂ ਨੇ ਸਵਾਲ ਚੱਕਿਆ ਕਿ ਜਿਹੜੇ ਸੁਮੇਧ ਸੈਣੀ ਦੀ ਪਹਿਲੇ ਉਹਨਾਂ ਦੇ ਨਾਲ ਲੜਦੇ ਆਏ, ਕਿ ਉਹਨਾਂ ਨੂੰ ਬਚਾਉਂਦੇ ਆਏ, ਹੁਣ ਉਹ ਸਰਕਾਰ ਦੇ ਨਾਲ ਆ ਕੇ ਲੜਨਗੇ। ਇਨ ਚੀਜ਼ਾਂ ਤੇ ਉਹਨਾਂ ਨੇ ਸਟੈਪ ਚੱਕੇ ਸੀ। ਇਹ ਸਾਰੀਆਂ ਚੀਜ਼ਾਂ ਕਲੀਅਰ ਹੈ। ਰਾਣਾ ਗੁਰਜੀਤ ਅੱਜ ਵੀ ਮੰਤਰੀ ਨੇ। ਸਾਰਾ ਕੁਝ ਸੈਟਲ ਹੋ ਗਿਆ। ਡਿਫਰੈਂਸ ਆਫ ਓਪੀਨੀਅਨ ਕਦੇ ਵੀ ਹੋ ਸਕਦੀ ਹੈ, ਕਿਸੇ ਨਾਲ ਵੀ ਹੋ ਸਕਦੀ ਹੈ। ਕੁਝ ਚੀਫ ਮਿਨਿਸਟਰ ਸਾਹਿਬ ਦੇ ਆਪਣੇ ਪ੍ਰੈਰੋਗੇਟਿਵ ਹੈ ਕੈਬਨਿਟ ਦੇ ਵਿੱਚ, ਕਿਹਨੂੰ ਲੈਣਾ ਕਿਹਨੂੰ ਨਹੀਂ ਲੈਣਾ, ਕੌਣ ਠੀਕ ਹੈ ਕੌਣ ਨਹੀਂ ਹੈ। ਉਹ ਸਰਦਾਰ ਚੰਨੀ ਨੇ ਬਿਲਕੁਲ ਬਹੁਤ ਸਹੀ ਫੈਸਲੇ ਲਏ ਹੈ। ਸਰਦਾਰ ਨਵਜੋਤ ਸਿੰਘ ਸਿੱਧੂ ਨੂੰ ਕਿਤੇ ਲੱਗਦਾ ਸੀ, ਉਹ ਸਾਰਾ ਕੁਝ ਇਹਨਾਂ ਦੀ ਆਪਸ ਵਿੱਚ ਮੀਟਿੰਗ ਹੋ ਗਈ ਹੈ, ਉਹ ਜਿਹੜੇ ਡਿਫਰੈਂਸ ਆਫ ਓਪੀਨੀਅਨ ਸੀ ਉਹ ਹੁਣ ਖਤਮ ਹੋ ਗਏ। ਯਾਨੀ ਕਿ ਹੁਣ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੈ ਕਿ ਜਿਹੜੇ ਸੁਮੀਤ ਸੈਣੀ ਦੀ ਉਹ ਨਹੀਂ ਬਿਲਕੁਲ ਨਹੀਂ। ਉਹਦੇ ਥਾਂ ਦੇ ਉੱਤੇ ਤੁਸੀਂ ਦੇਖੋ, ਪ੍ਰੋਸੀਕਿਊਸ਼ਨ ਦੇ ਲਈ ਇੱਕ ਵੱਖਰੀ ਟੀਮ ਬਣਾ ਦਿੱਤੀ ਗਈ ਹੈ, ਉਹਨਾਂ ਦੀ ਗ੍ਰੀਵੈਂਸ ਦੂਰ ਹੋ ਗਈ।
ਦੇਖੋ ਕਈ ਤਰ੍ਹਾਂ ਦੇ ਸਵਾਲ ਆਉਂਦੇ ਨੇ ਜਦੋਂ ਕਿਸੇ ਵੀ ਅਹੁਦੇ ਉੱਤੇ ਕੋਈ ਆਉਂਦਾ ਬੰਦਾ, ਤਾਂ ਉਹਦੀ ਬੈਕਗਰਾਉਂਡ ਕੀ ਹੈ। ਪਰ ਮੈਂ ਤੁਹਾਨੂੰ ਐਜ ਏ ਪ੍ਰੋਫੈਸ਼ਨਲ ਦੱਸਦਾ, ਮੈਂ ਆਪ ਇੱਕ ਐਡਵੋਕੇਟ ਵੀ ਹਾਂ ਨਾਲ। ਸਾਡੇ ਇੱਕ ਐਥਿਕਸ ਚੈਪਟਰ ਹੈ। ਐਥਿਕ ਦੇ ਵਿੱਚ ਕੀ ਹੈ ਕਿ ਮੇਰੇ ਕੋਲੇ ਕੋਈ ਵੀ ਆ ਕੇ ਕਿਸੇ ਵੀ ਵਕੀਲ ਨੂੰ ਅੰਗੇਜ ਕਰ ਸਕਦਾ ਹੈ, ਐਂਡ ਉਸ ਜੇ ਉਹ ਵਕੀਲ ਉਹ ਕੇਸ ਲੈ ਲੈਂਦਾ ਹੈ, ਉਹਦੀ ਡਿਊਟੀ ਬਣਦੀ ਹੈ, ਜ਼ਿੰਮੇਵਾਰੀ ਬਣਦੀ ਹੈ, ਚਾਹੇ ਦੂਜਾ ਉਹਨਾਂ ਦਾ ਕਲਾਇੰਟ ਗਲਤ ਵੀ ਹੋਵੇ ਉਹਨੂੰ ਡਿਫੈਂਡ ਕਰਨ ਦੀ। ਇਹ ਨਹੀਂ ਹੈ ਕਿ ਜੇ ਮੈਂ ਇੱਕ ਕੇਸ ਵਿੱਚ ਅਪੀਅਰ ਹੋਇਆ ਤਾਂ ਮੈਂ ਦੂਜੇ ਕੇਸ 'ਚ ਅਪੀਅਰ ਨਹੀਂ ਹੋ ਸਕਦਾ। ਇਹ ਬਿਲਕੁਲ ਗਲਤ ਹੈ। ਇਹ ਜਿਹੜੇ ਸਾਡੇ ਐਡਵੋਕੇਟ ਦੇ ਐਥਿਕਸ ਹੈ ਉਹ ਬਹੁਤ ਇੰਪੋਰਟੈਂਟ ਹੈ। ਐਂਡ ਜਿਹੜੇ ਸਾਡੇ ਐਡਵੋਕੇਟ ਜਨਰਲ ਬਣੇ ਨੇ ਮਿਸਟਰ ਦਿਓਲ, ਉਹ ਬਹੁਤ ਕਲੀਅਰ ਨੇ। ਉਹਨਾਂ ਨੇ ਬਹੁਤ ਲੰਬੀ ਜਿਹੜੀ ਹੈ ਪਾਰੀ ਵਕਾਲਤ ਦੀ ਖੇਡੀ ਹੈ। ਬਹੁਤ ਵਧੀਆ ਢੰਗ ਨਾਲ ਉਹਨਾਂ ਨੇ ਹਰ ਕੇਸ ਡਿਫੈਂਡ ਕੀਤਾ ਹੈ। ਲੇਕਿਨ ਸਵਾਲ ਤਾਂ ਵੈਜ ਹੀ ਹੈ ਕਿ ਦਿਓਲ ਸਾਹਿਬ ਪਹਿਲਾਂ ਸੁਮੇਧ ਸੈਣੀ ਨੂੰ ਬਚਾਉਂਦੇ ਆਏ ਨੇ, ਅੱਜ ਉਹ ਕਹਿ ਰਹੇ ਨੇ ਮੈਂ ਸੁਮੇਧ ਸੈਣੀ ਨੂੰ ਸਲਾਖਾਂ ਦੇ ਪਿੱਛੇ ਡੱਕਾਂਗਾ। ਦੇਖੋ ਮੈਂ ਤੁਹਾਨੂੰ ਐਥਿਕਸ ਦੀ ਗੱਲ ਕੀਤੀ ਹੈ, ਮੈਂ ਆਪ ਪ੍ਰੋਫੈਸ਼ਨਲ ਹਾਂ। ਅੱਜ ਜੇ ਮੈਨੂੰ ਮੇਰੀ ਸਰਕਾਰ ਕੋਈ ਜ਼ਿੰਮੇਵਾਰੀ ਦਿੰਦੀ ਹੈ, ਉਹ ਤਾਂ ਸਾਰਾ ਕੁਝ ਫੈਕਟਸ ਦੇ ਹਿਸਾਬ ਨਾਲ ਆਉਣਾ। ਅੱਜ ਜੇ ਮੈਂ ਸਰਕਾਰ ਵੱਲੋਂ ਸੁਮੇਧ ਸੈਣੀ ਦੇ ਖਿਲਾਫ ਕੇਸ ਲੜੂੰਗਾ ਤਾਂ ਮੈਂ ਡਟ ਕੇ ਸਰਕਾਰ ਦੇ ਪੱਖ ਰੱਖੂੰਗਾ, ਸੁਮੇਧ ਸੈਣੀ ਦਾ ਪੱਖ। ਇਹੀ ਤਾਂ ਐਥਿਕਸ ਹੈ। ਲੇਕਿਨ ਤੁਸੀਂ ਐਥਿਕਸ ਦੀ ਗੱਲ ਕਰ ਰਹੇ ਹੋ, ਪੰਜਾਬ ਦੇ ਲੋਕ ਇਹ ਮੰਨਣ ਨੂੰ ਤਿਆਰ ਨਹੀਂ। ਉਹ ਕਹਿੰਦੇ ਕਿ ਸਾਡੇ ਨਾਲ ਵਾਅਦਾ ਕੀਤਾ ਸੀ ਕਾਂਗਰਸ ਸਰਕਾਰ ਨੇ ਆਉਣ ਤੋਂ ਪਹਿਲਾਂ ਕਿ ਅਸੀਂ ਬਰਗਾੜੀ ਕਾਂਡ ਦੇ ਦੋਸ਼ੀਆਂ ਨੂੰ ਸਲਾਖਾਂ ਦੇ ਪਿੱਛੇ ਡਕਾਂਗੇ। ਹਾਲੇ ਤੱਕ ਤਾਂ ਨਹੀਂ ਹੋਇਆ। ਹੁਣ ਉਸ ਤੋਂ ਬਾਅਦ ਸੁਮੇਧ ਸੈਣੀ ਦੀ ਜਿਹੜੀ ਵਕਾਲਤ ਕਰ ਰਿਹਾ ਸੀ ਉਹਨਾਂ ਨੂੰ ਲਾਤਾ ਆਪਣੀ ਸਰਕਾਰ ਦੇ ਵਿੱਚ। ਨਹੀਂ ਹੁੰਦਾ। ਜਿਹੜੀ ਉਦੋਂ ਸਰਕਾਰ ਨੇ ਗੱਲ ਕਹੀ ਸੀ ਬਰਗਾੜੀ ਕੇਸ ਦੀ, ਉਹ ਬਿਲਕੁਲ ਠੀਕ ਕਹੀ ਹੈ। ਉਹਦੇ ਤੇ ਕਾਂਗਰਸ ਅੱਜ ਵੀ ਸਟੈਂਡ ਬਾਈ ਹੈ। ਕੀ ਹੁੰਦਾ ਹੈ, ਅਸੀਂ ਇੱਕ ਕੁੰਵਰ ਵਿਜੇ ਪ੍ਰਤਾਪ ਨੂੰ ਇਨਕੁਆਇਰੀ ਦਿੱਤੀ, ਉਸ ਬੰਦੇ ਤੇ ਟਰਸਟ ਕੀਤਾ। ਜੇ ਕਿਤੇ ਮੈਨੂੰ ਪੁੱਛਿਆ ਜਾਂਦਾ ਚੀਫ ਮਿਨਿਸਟਰ ਆਫਿਸ ਵੱਲੋਂ, ਮੈਂ ਕਦੇ ਕੁੰਵਰ ਵਿਜੇ ਪ੍ਰਤਾਪ ਦਾ ਨਾਮ ਰਿਕਮੈਂਡ ਨਾ ਕਰਦਾ ਇਸ ਇਨਕੁਆਇਰੀ ਲਈ। ਚਲੋ ਹੋ ਗਿਆ, ਕਿਉਂਕਿ ਕੁੰਵਰ ਵਿਜੇ ਪ੍ਰਤਾਪ ਦੇ ਜਿਹੜੇ ਕ੍ਰੈਡੈਂਸ਼ੀਅਲ ਸੀ ਹਮੇਸ਼ਾ ਸ਼ੱਕ ਦੇ ਘੇਰੇ ਵਿੱਚ ਰਹੇ। ਤੇ 17 ਦੀ ਇਲੈਕਸ਼ਨ ਵਿੱਚ ਵੀ ਮੈਨੂੰ ਨਹੀਂ ਪਤਾ ਇਹ ਐਲੀਗੇਸ਼ਨ ਠੀਕ ਸੀ ਕਿ ਨਹੀਂ, ਉਦੋਂ ਵੀ ਇਹਨਾਂ ਦੇ ਉੱਤੇ ਐਲੀਗੇਸ਼ਨ ਲੱਗਿਆ ਸੀ ਕਿ ਇਹ ਆਮ ਆਦਮੀ ਪਾਰਟੀ ਜੁਆਇਨ ਕਰਨਾ ਚਾਹੁੰਦੇ ਆ। ਮੈਨੂੰ ਨਹੀਂ ਪਤਾ ਇਹ ਗੱਲ ਚੀਫ ਮਿਨਿਸਟਰ ਆਫਿਸ ਨੂੰ ਪਤਾ ਸੀ ਜਾਂ ਨਹੀਂ ਪਤਾ ਸੀ, ਬਟ ਮੈਨੂੰ ਇਸ ਗੱਲ ਦਾ ਪੂਰਾ ਪੱਕਾ ਸਬੂਤ ਸੀ ਕਿ ਕੁੰਵਰ ਵਿਜੇ ਪ੍ਰਤਾਪ ਦਾ ਝੁਕਾਓ ਜਿਹੜਾ ਉਹ ਦਿਨ। ਲੇਕਿਨ ਕੁਝ ਇਹੋ ਜਿਹੇ ਹਾਲਾਤ ਬਣੇ, ਕੁੰਵਰ ਵਿਜੇ ਪ੍ਰਤਾਪ ਨੂੰ ਇਹ ਇਨਕੁਆਇਰੀ ਦਿੱਤੀ, ਐਡੀ ਵੱਡੀ ਜ਼ਿੰਮੇਵਾਰੀ ਦਿੱਤੀ। ਤੁਸੀਂ ਦੇਖੋ ਬੀਬਾ ਕਿ ਸਾਡੇ ਸਾਰਿਆਂ ਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਨਾਲ ਕਿੰਨੀ ਕਾਸਥਾ ਜੁੜੀ ਹੋਈ ਹੈ। ਜਿਨ੍ਹਾਂ ਬੰਦਿਆਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ, ਉਹਨਾਂ ਨੂੰ ਬਿਲਕੁਲ ਸਲਾਖਾਂ ਦੇ ਪਿੱਛੇ ਜਾਣਾ ਚਾਹੀਦਾ ਸੀ। ਹੁਣ ਜਦੋਂ ਮੈਂ ਇਹ ਗੱਲ ਕਰਦਾ ਜਿਹੜੀ ਕਿ ਜੱਗ ਜਾ ਰਿਹਾ, ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿੱਚ ਵੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਉਹ ਬੰਦੇ ਫੜ ਲਏ, ਫੜ ਕੇ ਉਹ ਛੱਡ ਦਿੱਤੇ। ਕਿਉਂ ਛੱਡ ਦਿੱਤੇ? ਕਿ ਡੇਰਾ ਸੱਚਾ ਸੌਦਾ ਦੇ ਨਾਲ, ਬੜੀ ਲੰਬੀ ਸਟੋਰੀ ਹੈ, ਡੇਰਾ ਸੱਚਾ ਸੌਦਾ ਨਾਲ ਸਮਝੌਤਾ ਹੋ ਗਿਆ। ਇਹਨਾਂ ਨੇ ਉਹਨੂੰ ਥ੍ਰੈਟ ਕੀਤਾ ਵੀ ਅਸੀਂ ਹੁਣ ਤੈਨੂੰ ਫੜ ਕੇ ਅੰਦਰ ਦੇਵਾਂਗੇ। ਉਹਨੇ ਕਿਹਾ ਕਿ ਮੈਨੂੰ ਅਕਾਲ ਤਖਤ ਸਾਹਿਬ ਤੋਂ ਮਾਫੀ ਦਿਵਾਓ ਤੇ ਮੇਰੀਆਂ ਫਿਲਮਾਂ ਚਲਾਓ। ਉਹੀ ਅਕਾਲੀ ਦਲ ਨੇ ਕੀਤਾ ਕਿਉਂਕਿ ਐਗਰੀਮੈਂਟ ਹੋ ਗਿਆ। ਸਾਰੇ ਹਿੰਦੁਸਤਾਨ 'ਚ ਉਹਦੀ ਫਿਲਮ ਨਹੀਂ ਚੱਲੀ, ਲੇਕਿਨ ਸ਼੍ਰੋਮਣੀ ਅਕਾਲੀ ਦਲ ਨੇ ਥਾਣਿਆਂ ਦੇ ਵਿੱਚ ਫੋਰਸ ਲਾ ਕੇ ਉਹਦੀਆਂ ਫਿਲਮਾਂ ਚਲਾਈਆਂ। ਦੂਜੀ ਵੱਡੀ ਅਵਗਿਆ ਕੀਤੀ ਸ਼੍ਰੋਮਣੀ ਅਕਾਲੀ ਦਲ ਨੇ। ਤੁਸੀਂ ਦੇਖੋ ਸਿੱਖ ਹਿਸਟਰੀ ਦੇ ਵਿੱਚ ਇਹ ਪਹਿਲਾ ਮਸਲਾ ਸੀ ਕਿ ਕਿਸੇ ਬੰਦੇ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਨੇ, ਮਾਫੀਨਾਮੇ ਦੀ ਗੱਲ ਦੱਸ ਰਿਹਾ, ਉਸ ਨੂੰ ਤਨਖਾਹੀਆ ਕਰਾਰ ਦਿੱਤਾ ਹੋਵੇ ਤੇ ਉਹ ਬੰਦਾ ਸ਼੍ਰੀ ਅਕਾਲ ਤਖਤ ਸਾਹਿਬ ਪੇਸ਼ ਨਾ ਹੋਵੇ, ਉਹਨੂੰ ਉੱਥੋਂ ਮਾਫੀ ਦਿਵਾਤੀ। ਇਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਕੀਤਾ। ਇਹ ਕਿੱਡੀ ਵੱਡੀ ਘੋਰ ਅਵਗਿਆ ਕੀਤੀ ਹੈ। ਲੋਕ ਇਹਨਾਂ ਨੂੰ ਮਾਫ ਨਹੀਂ ਕਰਨਗੇ। ਉਹਦੀ ਇਹਨਾਂ ਨੇ ਕਰ ਦਿੱਤੀ। ਉਹ ਫਿਰ ਜਿਹੜੇ ਸਾਡੇ ਦੂਜੀਆਂ ਧਾਰਮਿਕ ਜਥੇਬੰਦੀਆਂ ਸੀਗੀਆਂ, ਉਹਨਾਂ ਨੇ ਇਸ ਚੀਜ਼ ਨੂੰ ਅਪੋਜ਼ ਕੀਤਾ ਕਿ ਆਹ ਤੁਸੀਂ ਕੀ ਕੀਤਾ। ਐਕਚੁਅਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸੌਦਾ ਹੀ ਕਰ ਲਿਆ ਸ਼੍ਰੋਮਣੀ ਅਕਾਲੀ ਦਲ ਨੇ। ਇਕੱਲੇ ਲੋਕਾਂ ਨੂੰ ਪਤਾ, ਲੋਕ ਕਿੱਥੋਂ ਮਾਫ ਕਰਨਗੇ। ਚਾਹੀਦਾ ਕੀ ਸੀ, ਜਦੋਂ ਉਹ ਬੇਅਦਬੀ ਕਾਂਡ ਵਾਲੇ ਬੰਦੇ ਫੜ ਲਏ ਸੀ, ਉਹਨਾਂ ਦੀ ਇੰਟਰੋਗੇਸ਼ਨ ਮੈਂ ਵੇਖੀ ਆ, ਉਹ ਫੜ ਲਏ ਤੇ ਉਹਨਾਂ ਨੂੰ ਸਜ਼ਾਵਾਂ ਦਿਵਾਉਣੀਆਂ ਚਾਹੀਦੀਆਂ ਸੀ। ਇਹਨਾਂ ਨੇ ਤਾਂ ਉਹਦੇ ਬਾਬਾ ਡੇਰਾ ਰਾਮ ਰਹੀਮ ਨਾਲ ਸੌਦਾ ਕਰ ਲਿਆ। ਸੌਦਾ ਕਿਹਦਾ ਕੀਤਾ? ਤੁਸੀਂ ਦੇਖੋ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਹੀ ਕੀਤਾ। ਕਿੱਡੀ ਘੋਰ ਅਵਗਿਆ ਕੀਤੀ ਕਿ ਜਿਹਦੇ ਵਾਸਤੇ ਸਾਡੇ ਦਿਲ ਵਲੁੰਦਰੇ ਪਏ ਨੇ। ਤੁਸੀਂ ਆਪ ਸਵਾਲ ਖੜਾ ਕੀਤਾ, ਸ਼੍ਰੋਮਣੀ ਅਕਾਲੀ ਦਲ ਨੇ ਉਹਦਾ ਸੌਦਾ ਕਰ ਲਿਆ। ਉਸ ਤੋਂ ਬਾਅਦ ਧਾਰਮਿਕ ਜਥੇਬੰਦੀਆਂ ਨੇ ਉੱਥੇ ਧਰਨਾ ਲਾਤਾ, ਉੱਥੇ ਗੋਲੀ ਚੱਲੀ। ਚਲੋ ਉਹ ਲਾਅ ਐਂਡ ਆਰਡਰ ਦੀ ਪ੍ਰੋਬਲਮ ਆ, ਮੈਂ ਸਮਝਦਾ, ਠੀਕ ਹੈ। ਉਹ ਗੋਲੀ ਸਾਹਿਬ ਪ੍ਰਕਾਸ਼ ਸਿੰਘ ਨੇ, ਬਾਦਲ ਨੇ ਨਹੀਂ ਚਲਵਾਈ। ਲੇਕਿਨ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿੱਚ ਉਹ ਆਇਆ, ਮੇਰੀ ਗੱਲਬਾਤ ਵੀ ਹੋਈ, ਮੈਂ ਔਨ ਰਿਕਾਰਡ ਵੀ ਕਿਹਾ ਕਿ ਅਗਰ ਕਿਤੇ ਲਾਅ ਐਂਡ ਆਰਡਰ ਪ੍ਰੋਬਲਮ ਦੇ ਵਿੱਚ ਕਿਤੇ ਕੋਈ ਫਾਇਰਿੰਗ ਹੁੰਦੀ ਹੈ, ਉਹਦੇ ਵਿੱਚ ਚੀਫ ਮਿਨਿਸਟਰ ਦਾ ਰੋਲ ਨਹੀਂ। ਉਹ ਕੋਈ ਵੀ ਚੀਫ ਮਿਨਿਸਟਰ ਹੋਵੇ, ਬਿਲਕੁਲ ਸਰਕਾਰ ਜ਼ਿੰਮੇਵਾਰ। ਡੀਜੀਪੀ ਸਿੱਧੇ ਤੌਰ ਤੇ ਉਹਦੇ ਵਿੱਚ ਸ਼ਾਮਲ ਹੈ। ਡੀਜੀਪੀ ਦੇ ਕਹਿਣ ਦੇ ਉੱਤੇ ਉਹ ਸਾਰਾ ਕੁਝ ਹੋਇਆ। ਉਹ ਵੀ ਜਸਟਿਸ ਰਣਜੀਤ ਸਿੰਘ, ਆਪਾਂ ਸੁਮੇਧ ਸੈਣੀ ਵਾਲੀ ਗੱਲ ਤੇ ਮੈਂ ਆ ਗਿਆ ਕਿਉਂਕਿ ਮੈਂ ਤੁਹਾਡੇ ਨਾਲ ਬੈਕਗਰਾਊਂਡ ਦੀ ਗੱਲ ਕਰਨੀ ਚਾਹੁੰਦਾ ਸੀ। ਉਹਦੇ ਵਿੱਚ ਡੀਜੀਪੀ ਨੂੰ ਬੁੱਕ ਕਰਨਾ ਚਾਹੀਦਾ। ਹੁਣ ਉਹ ਪਹਿਲਾਂ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਉਹਦਾ ਕੋਈ ਨਹੀਂ ਕੀਤਾ। 2 FIR ਹੋਈਆਂ।
मैं एक सवाल पुछदा श्रोमणी अकाली दल वालिਆਂ ਤੋਂ ਬੀਬਾ कि कदे पुलिस भी अणपछाती ਹੁੰਦੀ है? मतलब कि ਜਿਹੜੀ ਪਹਿਲੀ FIR दर्ज की गई ਉਹਦੇ ਚ लिख दिता कि अणपछाते ਬੰਦਿਆਂ ने गोली चलाती। गोली तो पुलिस ने चलाई सी एंड ਉਹਦੀ ਵੀਡੀਓ बनी हुई है। मतलब कि तुसीं देखो गलती ते गलती, झूठ ते झूठ, कदे पुलिस भी अणपछाती ਹੁੰਦੀ है। वो सारियां चीज़ां जग जाहिर हो गई, सारियां चीज़ां तुहाडे सामने आ गई। उस तो बाद साडी सरकार बन गई, जस्टिस रणजीत सिंह कमीशन बनाता। जस्टिस रणजीत पहले एक CBI कोले चली गई सी, फिर साडी सरकार ने सोचा कि CBI तो इन्हां दी होई है क्योंकि BJP नाल इन्हां दा अलायंस। फिर वो पंजाब पुलिस को अपना मेहनत करके लियांदी गई। जस्टिस रणजीत सिंह कमीशन की रिपोर्ट आ गई। जस्टिस रणजीत सिंह कमीशन की रिपोर्ट पढ़ने वाली है जी, इट्स वेरी इंपॉर्टेंट, राइट। तो वो रिपोर्ट आ गई। उस तो बाद फिर SIT बनानी सी। आ जिहड़ा घटनाक्रम होया, मैं DC रहा, बड़ियां इनकुआरियां कीतियां। कुंवर विजय प्रताप नूं पहली गल तां लगाउणा ही गलत सी, क्योंकि उहदा जिहड़ा माइंड सैट सी वो श्री गुरु ग्रंथ साहब नाल उहदा की नाता, पंजाब नाल उहदा की नाता, ਉਹਦੀ ਤਾਂ सोच आम आदमी पार्टी वाली सी। चलो वो लग गया। मैं एक सवाल इत्थे पंजाब के लोगों को तुहाडे थ्रू पुछना, तुहानूं भी पुछना। ਉਹਦੀ वीडियो बन गई, साडे कोले CCTV फुटेज हैगियां, बंदे आइडेंटिफाइड ने, किहड़े उत्थे बंदे सी जिन्हां अफसरां ने गोली चलाई, वो आइडेंटिफाइड ने। जस्टिस रणजीत सिंह कमीशन की रिपोर्ट पई है, सिर्फ बयान लैने सी, उन्हां लोगों के बयान लैके FIR दर्ज हो जानी सी। 1.5 साल कुंवर विजय प्रताप ने वो इनकुआरी नूं लटकाई गया। मैं दावे नाल कहना, तुसीं तुहाडे कैमरामैन नूं जो इनकुआरी मैं दे दियां ना, ये दुੱਧ ਦਾ ਦੁੱਧ पानी ਦਾ पानी मेरा ख्याल 4 हफ्तिਆਂ 'ਚ कर देणगे ਵੱਧ ਤੋਂ ਵੱਧ। मैनू दे दिओ 15 दिनों की गल है। सिर्फ बयान ही रिकॉर्ड करने, उत्थे जाके बैठ के उन्हां बंदियां नूं सदो, बयान एविडेंस तो हैगी है, CCTV फुटेज हैगी है। सो वो लटकाई गए। ਉਹਦਾ रिजल्ट हाई कोर्ट का ऑर्डर आ गया। जो हाई कोर्ट ने टिप्पणियां कीतियां, मैं किसी टाइम उन्होंने गलत किया सी, लेकिन बाद में जो हालात बदले लगन लग गया कि नहीं यार ये फैसला ठीक है, कुंवर विजय प्रताप ने इनकुआरी नहीं की, साढ़े होर दिल वलुंदरे गए। फिर साडी सरकार ने 3 SIT बना दिया। वो मेरा ख्याल है कि होर 15-20 दिनों चोदी रिपोर्ट आ जाएगी तो चलान पेश हो जाएगा। ਜਿਹੜਾ ਸਜ਼ਾਵਾਂ ਦੇਣੀਆਂ ਨੇ ਉਹ ਅਦਾਲਤਾਂ ਨੇ ਦੇਣੀਆਂ। लेकिन अदालत ने तो सुमेध सैनी दी टिल इलैक्शंस तक गिरफ्तारी ते रोक लगा दी है, कोई हाथ नहीं लाएगा, बुक्कल च पा के रख लिया सुमेध सैनी ने। मैं बीबा इस फैसले नाल सहमत नहीं हाँ। ਜਿਹੜਾ सुमेध सैनी वाला फैसला, मैं बिल्कुल इस फैसले के हक च नहीं हाँ। बड़े लोगों के उदों फोन आए, सारे लोगों ने टिप्पणियां कीतियां कि किस बिना के उत्ते। चलो मैं एक मैं मानयोग अदालत का, क्योंकि आप मैं वकील हाँ, असीं उहदी अवमानना नहीं कर सकते, पर मैनू एक गल दसी जाए कि आर्टिकल 14 ऑफ द कॉन्स्टिट्यूशन ये कहता है इक्वल प्रोटैक्शन ऑफ लॉ एंड इक्वैलिटी बिफोर लॉ। हुण आपां इत्थे तुहाडे कैमरामैन बैठे हैं, इहो जिहा काम अपने नाल हो जाए तो आपां नूं चक के नाल दी नाल अंदर कर देना, ठीक है। अदालत ने सुनना नहीं। सलमान खान वास्ते वखरा हिंदुस्तान का रूल, हाथरस की घटना वास्ते वखरा रूल, सुमेध सैनी वास्ते वखरा लॉ। वेयर इज आर्टिकल 14 ऑफ द कॉन्स्टिट्यूशन? एक वकील होने के नाते कदे सवाल नहीं किया गया। मैं करदा जी, मैं तो ओपन सवाल करदा, तुहाडे कैमरे के उत्ते सवाल कर रहे हैं कि वड्डा बंदा हो गया तो उहदे वास्ते कानून वखरा है, अपने वर्गे मातड़ साथियों वास्ते कानून वखरा है। ये हिंदुस्तान दीयां अदालतां कर रही ने, असीं सवाल करते हैं हिंदुस्तान दीयां अदालतां नूं। अज भी मैं तुहानूं दसदा, लोगों दे विच अगर किते जस्टिस की उम्मीद है तो वो अदालतां तो है। मैं धन्नवादी हाँ ऑनरेबल जस्टिस रमन्ना जिहड़े हुण चीफ जस्टिस बने ने। मैं सारा तो नहीं कहता, लेकिन उन्होंने थोड़ा जिहा झंझोड़िया है आ जो किसानां दा हाल किया है। हुण मैनूं ये दसो बीबा, इहदे विच भी एविडेंस की लोड़ है। लोग तुरे जा रहे हैं, पिछों गड्डी आउंदी है, वो टेढ़ी की जाती है, सीधी नहीं लगाई जाती, उन्होंने सीधी इदां करके उपर चढ़ा दी जाती है। ये किहड़ा कानून है? ये तो उस टाइम आशीष मिश्रा नूं फड़ के जेल च पाउणा चाहिए सी। उहदा फादर है, उन्होंने मॉरली, मैं मॉरली कह रहा, उस बंदे नूं रिजाइन करना चाहिए सी हिंदुस्तान के स्टेट होम मिनिस्टर दी। रिजाइन करदा कि नहीं मेरे बेटे ने, पर नहीं, तुहाडे सामने है। जोगी की अदालत दे विच तां BJP की बल्ले बल्ले है। BJP वाला तो जो मर्जी कर लवे, जोगी दे राज विच, मोदी दे राज विच फ्री है। तुसी उस मिश्रा दी
7-8 ਦਿਨ ਪਹਿਲਾਂ ਦੀ ਸਟੇਟਮੈਂਟ ਸੁਣੋ, ਉਹਦੇ ਤੇ 100% UAPA ਲੱਗਦਾ। ਇਹੀ ਕੋਈ ਕੁਲਦੀਪ ਸਿੰਘ ਨੇ ਤੁਸੀਂ ਕੋਈ ਸਟੇਟਮੈਂਟ ਦਿੱਤੀ, ਹੁਣ ਤੱਕ UAP ਲਾ ਕੇ 1 ਸਾਲ ਲਈ ਅੰਦਰ ਕੀਤਾ ਹੋਣਾ ਸੀ। ਸੋ ਵੇਅਰ ਇਜ਼ ਜਸਟਿਸ? ਅੱਜ ਮੈਂ ਓਪਨਲੀ ਕਹਿਣਾ ਕਿ ਸਾਨੂੰ ਲੱਗਦਾ ਕਿ ਅਸੀਂ ਸੈਕੰਡ ਗ੍ਰੇਡ ਸਿਟੀਜ਼ਨ ਹਾਂ, ਜਿੰਨੀਆਂ ਵੀ ਮਾਇਨੋਰਿਟੀਜ਼ ਹੈ। ਕੱਲ੍ਹ ਇੱਕ ਵੀਡੀਓ ਚੱਲ ਰਹੀ ਸੀਗੀ ਇਹਦੇ ਤੇ ਸੋਸ਼ਲ ਮੀਡੀਆ ਤੇ, ਮੈਨੂੰ ਬੜਾ ਚੰਗਾ ਲੱਗਿਆ। ਅਖੇ ਜਦੋਂ ਦਾ ਮੋਦੀ ਆਇਆ ਉਦੋਂ ਹੀ ਹਿੰਦੂ ਸੇਫ ਨਹੀਂ, ਬਾਕੀ ਸਾਰੀ 70 ਸਾਲਾਂ 'ਚ ਹਿੰਦੂ ਸੇਫ ਸੀ। ਉਹਨੇ ਬੜਾ ਸੋਹਣਾ ਸਵਾਲ ਕੀਤਾ, ਕਹਿੰਦਾ ਯਾਰ ਫਿਰ ਯੋਗੀ ਤੇ ਮੋਦੀ ਨੂੰ ਉਤਾਰ ਦਿਓ, ਹਿੰਦੂ ਸੇਫ ਨੇ। ਸੱਚ ਏ ਬਿਊਟੀਫੁਲ ਆਨਸਰ। ਸੋ ਅੱਜ ਮਾਈਨੋਰਿਟੀਜ਼ ਸੇਫ ਨਹੀਂ ਹੈ। जो घटनाक्रम पिछले हो गए, चाहे हाथरस दी कसला, चाहे उन्नाव वाला केस है, चाहे एक मिश्रा का मर्डर केस है, सारे योगी साहब ने दबाते। किसी स्टेट का चीफ मिनिस्टर ये बयान दे रहा है कि इनकुआरी दे विच सानू नहीं लगता इदां दा कुछ होया, ते थल्ले अफसर बेचारे की करनगे जदों चीफ मिनिस्टर की इहो जी स्टेटमेंट। इहो जे तां हालात ने। 29,000 करोड़ रुपया 14 तो लैके अज तक मोदी साहब की एडवरटीजमेंट ते लग्या। 29,000 करोड़ रुपया, 5 लाख करोड़ रुपए का घाटा हो गया साडे मुल्क नूं। 6 लाख करोड़ दियां प्रॉपर्टियां लीज कर रही है मोदी सरकार। वेयर वी स्टैंड? ਅਸੀਂ ਪੰਜਾਬ ਦੀ ਫਿਲਹਾਲ ਗੱਲ ਕਰ ਰਹੇ ਹਾਂ, ਬਿਲਕੁਲ ਦੇਸ਼ ਦੀ ਗੱਲ ਵਿੱਚ ਆਉਂਦੀ ਇਹ ਬੀਬਾ ਤੁਸੀਂ ਜਦੋਂ ਗੱਲ ਕੀਤੀ ਉਹਦੇ ਨਾਲ ਅੱਗੇ ਕੜੀ ਨਾਲ ਕੜੀ ਜੁੜਦੀ ਹੈ। ਸਾਡੇ ਲੋਕਾਂ ਨੂੰ ਤੁਹਾਡੇ ਥਰੂ ਪਤਾ ਵੀ ਲੱਗਣਾ ਚਾਹੀਦਾ ਕਿ ਅਸੀਂ ਸਾਡੀਆਂ ਸਰਕਾਰਾਂ ਕੀ ਕਰ ਰਹੀਆਂ। ਲੋਕਾਂ ਦੇ ਸਵਾਲ ਨੇ ਔਰ ਉਹਨਾਂ ਨੂੰ ਜਵਾਬ ਮਿਲਣੇ ਚਾਹੀਦੇ ਨੇ। ਬਿਲਕੁਲ ਅਸੀਂ ਹੁਣੇ ਹਾਲ ਦੀ ਪੰਜਾਬ ਦੀ ਸਰਕਾਰ ਦੀ ਗੱਲ ਕਰੀਏ, ਤੁਹਾਡੀ ਪਾਰਟੀ ਦੀ ਸਰਕਾਰ ਹੈ, ਨਵੇਂ ਬਣੇ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ, ਉਹਨਾਂ ਤੇ ਇੱਕ ਇਲਜ਼ਾਮ ਲੱਗਣੇ ਸ਼ੁਰੂ ਹੋ ਗਏ ਕਿ ਉਹ ਅਰਵਿੰਦ ਕੇਜਰੀਵਾਲ ਨੂੰ ਕਾਪੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਜਿਸ ਤਰੀਕੇ ਦੇ ਨਾਲ ਆਮ ਲੋਕਾਂ ਦੇ ਵਿੱਚ ਜਾਂਦੇ ਆ, ਗਰੀਬਾਂ ਦੇ ਨਾਲ ਮਿਲਦੇ ਆ, ਜੱਫੀਆਂ ਪਾਉਂਦੇ ਨੇ, ਗਲਵਕੜੀਆਂ ਪਾਉਂਦੇ ਨੇ, ਕਿਸਾਨ ਦੀ ਕੁਰਸੀ ਤੇ ਬਹਿ ਕੇ ਉਹਦੇ ਨਾਲ ਰੋਟੀ ਪਾਣੀ ਵੀ ਛਕਦੇ ਨੇ। ਸੋ ਅਰਵਿੰਦ ਕੇਜਰੀਵਾਲ ਦੀ ਨਕਲ ਕਰਨ ਦੀ ਜੋ ਹੈ ਉਹ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਇੱਕ ਜੋ ਗਰਾਊਂਡ ਹੈ ਉਹ ਸੈੱਟ ਕੀਤਾ ਜਾਏ ਇਲੈਕਸ਼ਨ ਵਾਸਤੇ। ਲੇਕਿਨ ਅਰਵਿੰਦ ਕੇਜਰੀਵਾਲ ਨੂੰ ਇਹ ਸਵਾਲ ਕੀਤਾ ਜਾਂਦਾ ਜਦੋਂ ਪਿਛਲੇ 2 ਦਿਨਾਂ ਦੇ ਦੌਰੇ ਵਾਸਤੇ ਆਉਂਦੇ ਨੇ ਪੰਜਾਬ, ਉਹ ਕਹਿੰਦੇ ਨੇ ਮੇਰੀ ਨਕਲ ਕਰਨਾ ਸੌਖਾ ਹੈ ਲੇਕਿਨ ਉਸ ਤੇ ਅਮਲ ਕਰਨਾ ਬਹੁਤ ਔਖਾ। ਮੈਂ ਇੱਕ ਸਵਾਲ ਕਰਦਾ ਬੀਬਾ ਤੁਹਾਨੂੰ, ਮੈਂ ਇਹਨੂੰ ਕੇਜਰੀਵਾਲ ਸਾਹਿਬ ਨੂੰ ਸਵਾਲ ਬੜੇ ਕਰਦਾ ਪਰ ਜਵਾਬ ਨਹੀਂ ਦਿੰਦੇ ਹੋ। ਜਦੋਂ ਇਹ ਚੀਫ ਮਿਨਿਸਟਰ ਦਿੱਲੀ ਦੇ ਨਹੀਂ ਬਣੇ ਸੀ, ਕੀ ਦਿੱਲੀ 'ਚ ਬਿਜਲੀ ਨਹੀਂ ਸੀ ਆਉਂਦੀ? ਕੀ ਦਿੱਲੀ ਦਾ ਐਜੂਕੇਸ਼ਨ ਸਿਸਟਮ ਨਹੀਂ ਸੀ? ਕੀ ਬੱਚਿਆਂ ਦੀ ਪੜ੍ਹਾਈ ਦਿੱਲੀ 'ਚ ਨਹੀਂ ਸੀ ਹੁੰਦੀ? ਕੀ ਉੱਥੇ ਟਰਾਂਸਪੋਰਟੇਸ਼ਨ ਸਿਸਟਮ ਨਹੀਂ ਸੀ? ਕੀ ਹੈਲਥ ਸਿਸਟਮ ਨਹੀਂ ਸੀ? ਮੈਂ ਦਾਅਵੇ ਨਾਲ ਕਹਿਣਾ, ਮੈਂ ਆਮ ਰੈਡੀ ਟੂ ਡਿਬੇਟ ਵਿਦ ਕੇਜਰੀਵਾਲ, ਚਾਹੇ ਉਹ ਚੀਫ ਮਿਨਿਸਟਰ ਹੈ, ਪੜ੍ਹਿਆ ਲਿਖਿਆ ਉਹਦੇ ਤੋਂ ਮੈਂ ਵਾਧਾ, ਉਹ ਵੀ IAS ਰਿਟਾਇਰ ਹੋਇਆ, ਮੈਂ ਵੀ IAS ਰਿਟਾਇਰ ਹੋਇਆ। ਮੈਂ ਉਹਨਾਂ ਸਮਿਆਂ 'ਚ BCom ਤੇ ਲਾਅ ਕੀਤਾ, ਮੈਨੂੰ ਨਹੀਂ ਪਤਾ ਉਹਦੀ ਫਰਦਰ ਕੀ ਕੁਆਲੀਫਿਕੇਸ਼ਨ ਹੈ, ਸ਼ਾਇਦ ਈਜ਼ ਇੰਜੀਨੀਅਰ। ਮੈਨੂੰ ਇੱਕ ਦੱਸਣ ਤਾਂ ਸਹੀ ਕਿ ਜਿੱਦਣ ਦੇ ਉਹ ਬਣੇ ਨੇ ਉਦਣ ਦੀ ਪੜ੍ਹਾਈ ਲਿਖਾਈ, ਉਸ ਤੋਂ ਪਹਿਲਾਂ ਪੜ੍ਹਾਈ ਲਿਖਾਈ ਨਹੀਂ ਸੀ। ਦਿੱਲੀ ਹਿੰਦੁਸਤਾਨ ਦੀ ਕੈਪੀਟਲ ਹੈ। 15 ਸਾਲ ਸ਼ੀਲਾ ਦੀਕਸ਼ਿਤ ਚੀਫ ਮਿਨਿਸਟਰ ਰਹੀ ਉੱਥੇ। ਆ ਜਿਹੜੀ ਡਿਵੈਲਪਮੈਂਟ ਆ ਦਿੱਲੀ ਦੀ ਉਸ ਲੇਡੀ ਨੇ ਕਰਵਾਈ। ਇਹ ਜਿਹੜੀ ਗੱਲ ਕੇਜਰੀਵਾਲ ਸਾਹਿਬ ਕਹਿੰਦੇ ਆ, ਮੈਂ 4 ਸਵਾਲ ਹੋਰ ਤੁਹਾਨੂੰ ਇਸ ਤੋਂ ਤੁਹਾਡੇ ਜਵਾਬ ਤੋਂ ਬਾਅਦ ਕਹੂੰ। ਇਹ ਕਹਿੰਦੇ ਜੀ ਕਾਪੀ ਕਰਦੇ ਆ। ਕਰੋਨਾ ਆਇਆ, 2 ਸਵਾਲ ਮੇਜਰ, ਇਹ ਤੁਸੀਂ ਸਟੱਡੀ ਕਰਿਓ। ਪਿਛਲੀ ਜਨਵਰੀ ਦੇ ਵਿੱਚ ਦੰਗੇ ਹੋਏ, 60-62 ਬੰਦੇ ਮਰੇ। ਕੇਜਰੀਵਾਲ ਸਾਹਿਬ ਦੇ ਬਿਆਨ ਕਢਾ ਲਓ ਅਖਬਾਰਾਂ ਵਿੱਚ ਤੇ ਪ੍ਰੈਸ ਦੇ ਉੱਤੇ ਕੀ ਆਏ। ਕੀ ਕੇਜਰੀਵਾਲ ਸਾਹਿਬ ਉੱਥੇ ਚੀਫ ਮਿਨਿਸਟਰ ਰਹਿਣ ਦੇ ਕਾਬਲ ਸੀ? ਚਲੋ ਅੱਗੇ ਆ ਜਾਓ। ਕਿਸਾਨ ਅੰਦੋਲਨ ਚੱਲ ਰਿਹਾ, ਇਹ ਕਹਿੰਦੇ ਅਸੀਂ ਕਿਸਾਨੀ ਦੇ ਹੱਕ ਵਿੱਚ ਹਾਂ। ਤੀਜਾ ਲਾਅ, ਸੁਪਰੀਮ ਕੋਰਟ ਨੇ ਇਹ ਤਿੰਨੇ ਕਾਨੂੰਨ ਵਿਦਹੈਲਡ ਕੀਤੇ ਹੋਏ ਆ। ਕੇਜਰੀਵਾਲ ਸਾਹਿਬ ਨੇ ਐਸੈਂਸ਼ੀਅਲ ਕਮੋਡਿਟੀ ਐਕਟ ਦਿੱਲੀ 'ਚ ਲਾਗੂ ਕੀਤਾ ਹੋਇਆ। ਸਵਾਲ ਪੁੱਛੋ ਉਹਨਾਂ ਨੂੰ ਕਿਉਂ ਕੀਤਾ ਹੋਇਆ। ਆ ਪਿਛਲੀ ਮੇਰਾ ਖਿਆਲ 24 ਜਾਂ 26 ਦਸੰਬਰ ਨੂੰ ਕੀਤਾ। ਮੈਂ ਹਰ ਥਾਂ ਤੇ ਕਹਿਣਾ ਕੇਜਰੀਵਾਲ ਸਾਹਿਬ ਪ੍ਰੋਬਲਮ ਕੀ ਸੀ? ਸਾਰੇ ਹਿੰਦੁਸਤਾਨ 'ਚ ਕਾਨੂੰਨ ਨਹੀਂ ਲਾਗੂ ਹੋਇਆ, BJP ਸਟੇਟਾਂ 'ਚ ਕਾਨੂੰਨ ਲਿਆ, ਇਹਨਾਂ ਨੇ ਉੱਥੇ ਐਸੈਂਸ਼ੀਅਲ ਕਮੋਡਿਟੀ ਐਕਟ ਲਾਗੂ ਕਰ ਦਿੱਤਾ। ਕੇਜਰੀਵਾਲ ਸਾਹਿਬ ਨੂੰ ਤੁਸੀਂ ਪੁੱਛੋ ਸਵਾਲ। ਕਰੋਨਾ ਆਇਆ, ਕਿੰਨੀਆਂ ਮੌਤਾਂ ਹੋਈਆਂ ਤੁਸੀਂ ਦੱਸੋ ਬੀਬਾ ਮੈਨੂੰ ਦਿੱਲੀ ਦੇ ਵਿੱਚ ਬਿਨਾਂ ਆਕਸੀਜਨ ਤੋਂ? ਕਿੰਨੀਆਂ ਮੌਤਾਂ ਹੋਈਆਂ? ਇਟਸ ਅਪਰੋਕਸੀਮੇਟਲੀ ਮੈਨੂੰ ਐਗਜ਼ੈਕਟ 70 ਦੇ ਕਰੀਬ ਮੌਤ ਹੋਈਆਂ ਆਕਸੀਜਨ ਤੋਂ। ਮੈਂ ਸਵਾਲ ਪੁੱਛਦਾ ਕੇਜਰੀਵਾਲ ਸਾਹਿਬ ਨੂੰ, ਪੰਜਾਬ 'ਚ ਇੱਕ ਵੀ ਮੌਤ ਨਹੀਂ ਹੋਈ? ਤੁਸੀਂ ਦੱਸੋ ਹੋਈ ਜੀ ਕੋਈ ਆਕਸੀਜਨ ਤੋਂ ਬਿਨਾਂ? ਦੇयर इज नो ਸਿੰਗਲ ਡੈਥ ਕਿ ਆਕਸੀਜਨ ਤੋਂ ਬਿਨਾਂ। ਹੋਰ ਇੱਕ ਮੈਂ ਸਵਾਲ ਕਰਦਾ ਕੇਜਰੀਵਾਲ ਨੂੰ ਕਿ ਕੇਜਰੀਵਾਲ ਤੁਸੀਂ ਤਾਂ ਕਹਿੰਦੇ ਹੋ ਬਹੁਤ ਵਧੀਆ ਹੈਲਥ ਆ, ਬਹੁਤ ਵਧੀਆ ਹਸਪੀਟਲ ਹੈ,
ਇੱਕ ਵੀ ਹਸਪੀਟਲ ਬਣਾਇਆ ਇਹਨਾਂ ਨੇ ਉੱਥੇ ਨਵਾਂ। ਮੈਂ ਨਹੀਂ ਕਹਿੰਦਾ ਕਿ ਕੇਜਰੀਵਾਲ ਨੇ ਉੱਥੇ ਕੋਈ ਚੰਗਾ ਕੰਮ ਨਹੀਂ ਕੀਤਾ, ਬਿਲਕੁਲ ਇਹ ਗਲਤ ਹੋਏਗਾ, ਕੀਤੇ ਆ ਚੰਗੇ ਕੰਮ। ਪਰ ਜਦੋਂ ਸਾਡੇ ਚੀਫ ਮਿਨਿਸਟਰ ਬਾਰੇ ਗੱਲ ਕਰਦੇ ਆ, ਪਾਣੀਆਂ ਤੇ ਉਹਨਾਂ ਦਾ ਅੱਜ ਤੱਕ ਨਹੀਂ ਬਿਆਨ ਹੈ। ਉਹ ਕਹਿੰਦੇ ਆ पंजाब का पानी राजस्थान को भी जाना चाहिए, दिल्ली को भी जाना चाहिए एंड हरियाणा को भी जाना चाहिए। ये पंजाब के हक की गल करते हैं, एब्सोल्युटली नो। हाँ, मैं दोबारा हेल्थ ते आना। दिल्ली के पेशेंट्स मेरे 44 परिवार ने, मेरे को रिकॉर्ड है 44 परिवार ਕਰੋਨਾ ਹੋਇਆ, ਅਸੀਂ ਉਹਨਾਂ ਨੂੰ ਕਿਸੇ ਨੂੰ DMC 'ਚ, ਕਿਸੇ ਨੂੰ ਫੋਰਟਿਸ ਦੇ ਵਿੱਚ, ਕਿਸੇ ਨੂੰ ਸਤਿਗੁਰੂ ਪ੍ਰਤਾਪ ਸਿੰਘ ਹਸਪੀਟਲ ਦੇ ਵਿੱਚ ਦਾਖਲ ਕਰਵਾ ਕੇ ਇੱਥੋਂ ਠੀਕ ਕਰਕੇ ਭੇਜਿਆ। ਤਕਰੀਬਨ 4000 ਲੋਕ ਹਿਮਾਚਲ ਚੋਂ ਟੋਟਲ, ਦਿੱਲੀ ਤੋਂ, ਹਰਿਆਣੇ ਤੋਂ, ਜੰਮੂ ਐਂਡ ਕਸ਼ਮੀਰ ਚੋਂ, ਪੰਜਾਬ ਚੋਂ ਕਰੋਨਾ 'ਚ ਠੀਕ ਹੋ ਕੇ ਗਏ। ਮੈਨੂੰ ਕੇਜਰੀਵਾਲ ਇੱਕ ਐਗਜ਼ਾਮਪਲ ਦੇ ਦੇ ਕਿ ਪੰਜਾਬ ਦਾ ਕੋਈ ਬੰਦਾ ਕਰੋਨਾ 'ਚ ਉੱਥੇ ਦਾਖਲ ਹੋਇਆ ਤੇ ਉਹ ਠੀਕ ਹੋ ਗਿਆ। ਇਹ ਹੈਲਥ ਦੀਆਂ ਗੱਲਾਂ ਕਰਦਾ। ਲੋਕਾਂ ਨੇ ਵਿਸ਼ਵਾਸ ਕੀਤਾ ਸੀ ਕੇਜਰੀਵਾਲ ਤੇ, ਅਸੀਂ ਵੀ ਕੀਤਾ ਸੀ ਕਿ ਨਹੀਂ ਇਹ ਦਿਆਨਤਦਾਰੀ ਵਾਲਾ ਬੰਦਾ, ਇਹ ਵੀ ਝੂਠ ਤੂਫਾਨ ਬੋਲੀ ਜਾਂਦਾ ਹੈ। 15000 ਰੁਪਏ ਦਾ ਸਾਗਰ ਉੱਥੇ ਕੇਰੀ ਹੈ, 15000 ਰੁਪਏ ਦਾ ਉੱਥੇ ਇੱਕ ਸਪੀਡ ਬ੍ਰੇਕਰ ਲਾ ਕੇ 90 ਲੱਖ ਦੀ ਉੱਥੇ ਆਪਣੀ 1 ਕਰੋੜ ਦੀ ਇਹਨਾਂ ਨੇ ਐਡਵਰਟੀਜ਼ਮੈਂਟ ਕਰ ਦਿੱਤੀ ਸੜਕਾਂ ਦੇ ਉੱਤੇ। 8 ਤੋਂ 9 ਕਰੋੜ ਰੁਪਇਆ ਕੇਜਰੀਵਾਲ ਦੇ ਘਰ ਦੀ ਰੈਨੋਵੇਸ਼ਨ ਤੇ ਲੱਗ ਆਮ ਆਦਮੀ ਪਾਰਟੀ। ਇੱਕ ਹੋਰ ਸਵਾਲ ਹੈ ਤੁਹਾਨੂੰ, ਲੁਧਿਆਣੇ ਆਇਆ, ਕਿੱਥੇ ਠਹਿਰਿਆ? 10 ਦਿਨ ਦੀ ਗੱਲ ਹੈ, 5 ਸਟਾਰ ਹੋਟਲ 'ਚ, ਪਾਰਕ ਪਲਾਜ਼ਾ 'ਚ ਇਹਨਾਂ ਨੇ ਮੀਟਿੰਗਸ ਕੀਤੀਆਂ। ਪਾਰਕ ਪਲਾਜ਼ਾ 'ਚ ਇਹ ਰਿਹਾ। ਸਾਡਾ ਸਰਕਟ ਹਾਊਸ ਮਾੜਾ, ਅਸੀਂ ਸਰਕਟ ਹਾਊਸ ਰਹਿੰਦੇ ਹਾਂ, ਅਸੀਂ 5 ਸਟਾਰ ਹੋਟਲ 'ਚ ਨਹੀਂ ਜਾ ਕੇ ਰਹਿੰਦੇ। ਕੇਜਰੀਵਾਲ ਕਿਉਂ 5 ਸਟਾਰ ਹੋਟਲਾਂ 'ਚ ਰਹਿੰਦਾ? ਇਹ ਬੀਬਾ ਡਰਾਮੇਬਾਜ਼ੀਆਂ ਜ਼ਿਆਦਾ ਕੀਤੀਆਂ। ਉਹ ਪਲਾਸ ਨਹੀਂ ਹੁੰਦਾ, ਉਹ ਲੈ ਕੇ ਚਲਾ ਗਿਆ, ਮੈਂ ਤਾਰਾਂ ਠੀਕ ਕਰਦਾ। ਪਹਿਲਾਂ ਦਿੱਲੀ 'ਚ ਕਿਤੇ ਇਲੈਕਟ੍ਰਿਸਿਟੀ ਨਹੀਂ ਸੀ ਆਉਂਦੀ। ਮੈਂ ਨਹੀਂ ਕਹਿੰਦਾ ਕਿ ਇਹਨੇ ਡਿਪਾਰਟਮੈਂਟ ਨੂੰ ਇਨਸਟਰਕਸ਼ਨ ਦੇ ਕੇ ਬਤੌਰ ਚੀਫ ਮਿਨਿਸਟਰ ਤਾਰਾਂ, ਉਹ ਤਾਂ ਅਸੀਂ ਵੀ ਕਰਾਉਂਦੇ ਹਾਂ। ਤੁਸੀਂ ਪੰਜਾਬ ਵਿਜ਼ਿਟ ਕਰ ਲਓ, ਪੰਜਾਬ ਇਜ਼ ਮੱਚ ਬੈਟਰ ਦੈਨ ਦਿੱਲੀ। ਸਾਡੇ ਪਿੰਡ ਜਾ ਕੇ ਵੇਖੋ, ਜੋ ਸਾਡੇ ਪਿੰਡਾਂ ਦੀ ਅੱਜ ਕੰਡੀਸ਼ਨ ਹੈ ਦਿੱਲੀ ਦੀ ਨਹੀਂ ਹੈ। ਕਿਸਾਨੀ ਵਾਸਤੇ ਇਹਨੇ ਕੁਝ ਨਹੀਂ ਕੀਤਾ। ਬਹੁਤ ਇੰਪੋਰਟੈਂਟ ਤੁਹਾਨੂੰ ਇੱਕ ਸਵਾਲ ਦੇ ਕੇ ਚੱਲਿਆ, ਬਹੁਤ ਇੰਪੋਰਟੈਂਟ ਤੁਹਾਨੂੰ ਇੱਕ ਮੁੱਦਾ ਦੇਣ ਲੱਗਿਆ। ਆ ਹੁਣ 26 ਜਨਵਰੀ ਤੇ 29 ਜਨਵਰੀ ਦੀ ਘਟਨਾ ਹੋਈ, ਤਕਰੀਬਨ 170 ਦੇ ਕਰੀਬ ਸਾਡੇ ਕਿਸਾਨ ਭੈਣ ਭਰਾ ਫੜੇ। ਉਹਨਾਂ ਦੇ ਬਿਆਨ ਤੁਹਾਨੂੰ ਦਿਖਾਊਂਗਾ। ਇਹ ਕਹਿਣਗੇ ਕਿ ਜੀ ਪੁਲਿਸ ਤਾਂ ਸਾਡੇ ਕੋਲ ਨਹੀਂ। ਮੰਨ ਲਿਆ ਕੇਜਰੀਵਾਲ ਕੋਲੇ ਪੁਲਿਸ ਨਹੀਂ ਹੈ, ਐਡਮਿਟ ਕਰਦੇ ਆ। ਹੈਲਥ ਡਿਪਾਰਟਮੈਂਟ ਤੇ ਇਹਦੇ ਕੋਲੇ ਹੈ, ਜੇਲਾਂ ਤਾਂ ਇਹਦੇ ਕੋਲੇ ਹੈ, ਸਰਕਾਰੀ ਵਕੀਲ ਤਾਂ ਇਹਦੇ ਕੋਲੇ ਹੈ, ਹੈਗੇ ਕਿ ਨਹੀਂ ਹੈਗੇ? ਇਹ ਜਿੰਨੇ ਕਿਸਾਨ ਵੀਰਾਂ ਤੇ ਸਾਡੇ ਪਰਿਵਾਰਾਂ ਤੇ ਕੇਸ ਰਜਿਸਟਰ ਹੋਏ, ਨਾ ਇਹਨਾਂ ਦੇ ਡਾਕਟਰਾਂ ਨੇ ਵੇਖਿਆ। ਹਾਂ, ਜੇਲਾਂ ਵੀ ਇਹਦੇ ਕੋਲੇ ਆ। ਤੁਹਾਨੂੰ ਸਟੋਰੀ ਸੁਣਾ, ਜੇਲ੍ਹ ਵੀ ਇਹਦੇ ਕੋਲੇ ਆ। ਮੈਂ ਤੁਹਾਨੂੰ ਕੋਈ 76 ਬੰਦਿਆਂ ਦੇ ਬਿਆਨ ਹਰਿਆਣੇ ਵਾਲਿਆਂ ਦੇ ਛੱਡ ਕੇ ਪੰਜਾਬ ਦੇ ਲਏ ਨੇ। ਉਹ ਅਸੀਂ ਆ ਵਿਧਾਨ ਸਭਾ ਤੋਂ ਬਾਅਦ ਪੂਰਾ ਮੈਂ ਉਹਦਾ ਨਸ਼ਰ ਕਰੂੰਗਾ ਪ੍ਰੈਸ ਦੇ ਵਿੱਚ। ਚੀਫ ਮਿਨਿਸਟਰ ਸਾਹਿਬ ਨੂੰ ਕਹਾਂ ਕਰੇ, ਸਾਡੇ ਮੁੰਡਿਆਂ ਦੇ ਉੱਤੇ ਕੁੱਟਿਆ ਪੁਲਿਸ ਨੇ, ਦਬਲ ਕੇ ਜੇਲ੍ਹਾਂ 'ਚ ਭੇਜਿਆ। ਉਹਦੇ ਵਿੱਚ ਕੀ ਫੜਿਆ, ਉਸ ਤੋਂ ਬਾਅਦ ਅਦਾਲਤ 'ਚ ਪੇਸ਼ ਕੀਤਾ। ਮੰਨ ਲਿਆ ਵੀ ਚਲੋ ਅਦਾਲਤ 'ਚ ਇਹਨਾਂ ਦੀ ਨਹੀਂ ਚੱਲਦੀ। ਸਰਕਾਰੀ ਵਕੀਲਾਂ ਨੇ ਸਾਡੇ ਕਿਸਾਨ ਵੀਰਾਂ ਦੀ ਡਟ ਕੇ ਬੇਲ ਅਪੋਜ਼ ਕੀਤੀ। ਇਹ ਕੇਜਰੀਵਾਲ ਸਾਹਿਬ ਨੇ ਕਰਵਾਈ। ਸਾਡੇ ਕਿਸੇ ਮੁੰਡੇ ਨੂੰ ਜਿਨ੍ਹਾਂ ਨੂੰ ਜੇਲ੍ਹ ਭੇਜਿਆ ਗਿਆ, ਡਾਕਟਰ ਦਾ ਮੈਡੀਕਲ ਹੋਇਆ, ਕਿਸੇ ਨੇ ਕੋਈ ਉਂਗਲ ਲਈ ਸੱਟ ਲੱਗੀ ਦੀ ਦਵਾਈ ਨਹੀਂ ਦਿੱਤੀ। ਇਹ ਕੇਜਰੀਵਾਲ ਸਾਹਿਬ ਦਾ ਕੰਮ ਸੀ। ਜੇਲ੍ਹਾਂ ਵਿੱਚ ਚਲੇ ਗਏ, 45 ਦਿਨ ਚੱਕੀਆਂ ਦੇ ਵਿੱਚ ਰੱਖਿਆ ਕੇਜਰੀਵਾਲ ਸਾਹਿਬ ਦੀਆਂ ਜੇਲ੍ਹਾਂ ਵਿੱਚ। ਆਪਣੇ ਪਰਿਵਾਰ ਜਿਹੜੇ ਮੁੰਡੇ ਸੀ, ਸਿੱਖੀ ਦੇ ਉੱਤੇ ਸਵਾਲ ਕੀਤੇ ਗਏ, ਗੁਰੂ ਗੋਬਿੰਦ ਸਿੰਘ ਦੀ ਉੱਤੇ ਗੰਦੀ ਭਾਸ਼ਾ ਵਰਤੀ ਗਈ। ਇਹਨਾਂ ਦੇ ਅਫਸਰਾਂ ਨੇ, ਕੇਜਰੀਵਾਲ ਸਾਹਿਬ ਜਵਾਬ ਦੇਣੇ ਇਹਨਾਂ ਤੇ। ਇਹ ਗੱਲਾਂ ਕਰਦੇ ਨੇ ਪੰਜਾਬ ਮਾਡਲ ਦੀਆਂ। ਚੰਨੀ ਸਾਹਿਬ ਦਾ ਕੇਜਰੀਵਾਲ ਕਿੱਥੋਂ ਮੁਕਾਬਲਾ ਕਰ ਲੇਗਾ? ਜਾਣ ਤੋਂ ਪਹਿਲਾਂ, ਕਿਉਂਕਿ ਹੁਣ ਸਮਾਂ ਬਹੁਤ ਜ਼ਿਆਦਾ ਹੋ ਗਿਆ ਸਾਡੇ ਕੋਲ, ਸਵਾਲ ਤਾਂ ਬਹੁਤ ਸੀਗੇ, ਲੇਕਿਨ ਜਾਣ ਤੋਂ ਪਹਿਲਾਂ ਇੱਕ ਸਵਾਲ ਕਿ ਆਪਣੇ 5 ਸਾਲ ਦੇ ਇਸ, ਕਿਉਂਕਿ ਪੂਰਾ 5 ਸਾਲ ਦੀ ਹੁਣ ਲੈ ਕੇ ਚੱਲੀਏ, 5 ਸਾਲ ਦੇ ਕਾਰਜਕਾਲ ਨੂੰ ਆਪਣੇ ਕਿਸ ਤਰੀਕੇ ਦੇ ਨਾਲ ਵੇਖਦੇ ਹੋ? ਇੱਕ ਆਈਐਸ ਦੀ ਨੌਕਰੀ ਛੱਡ ਕੇ ਆਉਣ ਤੋਂ ਬਾਅਦ ਖੁਸ਼ ਹੋ ਇੱਕ ਪੋਲੀਟੀਸ਼ੀਅਨ ਬਣ ਕੇ? ਮੈਂ ਆਪਣੀ, ਸਾਡੇ ਪਰਿਵਾਰ ਦਾ ਡਿਸੀਜਨ ਸੀ, ਮੇਰਾ ਡਿਸੀਜਨ ਸੀ। ਮੇਰੇ ਫਾਦਰ ਫਰੀडम ਫਾਈਟਰ ਸੀ, ਸਟੌਂਚ ਕਾਂਗਰਸਮੈਨ ਸੀ। ਉਹਨਾਂ ਨੇ ਇੱਕੋ ਗੱਲ ਸਿਖਾਈ ਸੀ, ਪੁੱਤ ਦੁਨੀਆ ਚੱਲਦੀ ਰਹੇਗੀ ਲੇਕਿਨ ਕੁਝ ਸਮਾਂ ਸਮਾਜ ਵਾਸਤੇ ਵੀ ਰੱਖਣਾ। ਸੋ ਮੈਂ ਆਪਣੇ IAS ਦੀ ਜਿਹੜੀ ਨੌਕਰੀ ਸੀ 5 ਸਾਲ ਪਹਿਲਾਂ ਛੱਡ ਦਿੱਤੀ। ਇੱਕ ਮਨ 'ਚ ਜਜ਼ਬਾ ਸੀ, ਇੱਕ ਸ਼ੌਕ ਸੀ ਕਿ ਨਹੀਂ ਯਾਰ ਆਪਣੇ ਲੋਕਾਂ 'ਚ ਜਾਣਾ। ਐਂਡ ਆਈ ਐਮ ਵੈਰੀ ਹੈਪੀ। ਇੱਥੇ ਮੇਰੇ ਕੋਲੇ ਲੋਕ ਆਉਂਦੇ ਆ, ਮੈਂ ਪਿੰਡਾਂ 'ਚ ਜਾਣਾ, ਲੋਕਾਂ ਦੀਆਂ ਗ੍ਰੀਵੈਂਸਸ ਨੇ, ਬਹੁਤ ਲੋਕਾਂ ਨੂੰ ਜਸਟਿਸ ਨਹੀਂ ਮਿਲਦਾ, ਲੋਕਾਂ ਨੂੰ ਜਸਟਿਸ ਦਵਾਈਦਾ। ਸੋ ਮੈਂ ਤਾਂ ਬਹੁਤ ਖੁਸ਼ ਹਾਂ ਇਸ ਸਿਸਟਮ ਦੇ ਵਿੱਚ। 2022 ਦਾ ਮੋਰਚਾ ਫਤਿਹ ਕਰਨ ਦੀ ਤਿਆਰੀ 100%। ਤੁਸੀਂ ਦੇਖੋ ਪੰਜਾਬ ਦੇ ਲੋਕ ਕੌਨਫੀਡੈਂਟ ਜਾਂ ਓਵਰ ਕੌਨਫੀਡੈਂਸ? ਓਵਰ ਕੌਨਫੀਡੈਂਸ ਮੈਂ ਕਦੇ ਵੀ ਨਹੀਂ ਹੁੰਦਾ। ਕੰਮ ਕੀਤੇ ਨੇ,
ਬਾਕੀ ਫੈਸਲਾ ਦੇਖੋ ਲੋਕਾਂ ਦਾ। ਲੇਕਿਨ ਮੈਨੂੰ ਤਸੱਲੀ ਹੈ ਕਿ ਅਸੀਂ ਸਾਰੀ ਜਿਹੜੀ ਮੇਰੀ ਪੂਰੀ ਟੀਮ ਹੈ, ਪੂਰੀ ਟੀਮ ਨੇ ਤਨਦੇਹੀ ਨਾਲ ਆਪਣੀ ਕੌਂਸਟੀਚੁਐਂਸੀ ਵਿੱਚ ਵੀ ਕੰਮ ਕੀਤਾ ਹੈ, ਪੰਜਾਬ ਦੇ ਲੋਕਾਂ ਵਾਸਤੇ ਵੀ ਕੰਮ ਕੀਤਾ ਹੈ। ਇੱਕ ਸਵਾਲ, ਕਿਉਂਕਿ ਉਹ ਬਹੁਤ ਜ਼ਰੂਰੀ ਇਸ ਟਾਈਮ ਕਰੰਟ ਸਿਨੈਰੀਓ ਤੇ ਪੰਜਾਬ ਦੇ ਲੋਕ ਹੁਣੇ ਹਾਲ ਹੀ ਦੇ ਬਿਜਲੀ ਸੰਕਟ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਹੋਏ ਨੇ, ਸਰਕਾਰ ਕੀ ਕਰਨ ਜਾ ਰਹੀ ਹੈ? ਬੀਬਾ ਦੇਖੋ, ਤੁਸੀਂ ਅਖਬਾਰਾਂ 'ਚ ਪੜ੍ਹਿਆ ਹੋਣਾ ਹੈ ਕਿ ਸਾਡੀ ਸਰਕਾਰ 11 ਰੁਪਏ ਮੇਰੇ ਖਿਆਲ 29 ਪੈਸੇ ਤੇ ਬਾਹਰੋਂ ਬਿਜਲੀ ਪਰਚੇਜ ਕਰ ਰਹੀ ਹੈ ਆਪਣੇ ਲੋਕਾਂ ਨੂੰ ਫੈਸਿਲਿਟੀ ਦੇਣ ਵਾਸਤੇ। ਇਹ ਜਿਹੜੀ ਇਲੈਕਟ੍ਰਿਸਿਟੀ ਕ੍ਰਾਈਸਿਸ ਆ, ਤੁਸੀਂ ਬਹੁਤ ਅੱਛਾ ਸਵਾਲ ਪੁੱਛਿਆ ਹੈ। ਮੈਂ ਚਾਹੁੰਦਾ ਸੀਗੇ ਕਿ ਲੋਕਾਂ ਦੇ ਵਿੱਚ ਇਹ ਗੱਲ ਜਾਵੇ। ਸਾਰੇ ਵਰਲਡ 'ਚ ਕ੍ਰਾਈਸਿਸ ਆ ਰਹੀਆਂ। ਤੁਸੀਂ ਦੇਖੋ ਚਾਈਨਾ ਦੇ ਵਿੱਚ ਪਿਛਲੇ 1.5 ਮਹੀਨੇ ਤੋਂ 1/3 ਚਾਈਨਾ 'ਚ ਲਾਈਟ ਨਹੀਂ ਹੈ ਕਿਉਂਕਿ ਪਾਵਰ ਪਲਾਂਟ ਫੇਲ ਹੋ ਰਹੇ ਨੇ। ਕੋਲ ਦਾ ਜਿਹੜਾ ਸੰਕਟ ਹੈ, ਬੇਸ਼ੱਕ ਸਾਡੇ ਅਮਿਤ ਸ਼ਾਹ ਜੀ ਨੇ ਕੱਲ੍ਹ ਇੱਕ ਮੀਟਿੰਗ ਲਈ ਹੈ ਹੋਮ ਮਿਨਿਸਟਰ ਨੇ ਰਿਗਾਰਡਿੰਗ ਦਿਸ, ਬਟ ਜੋ ਫਿਗਰਾਂ ਆ ਰਹੀਆਂ ਨੇ ਸਾਡੇ ਕੋਲ ਕੋਲਾ ਹੀ 2-3 ਦਿਨ ਸਾਨੂੰ ਕੱਟ ਲਾਉਣੇ ਪੈ ਰਹੇ ਨੇ। ਇਹ ਸਰਕਾਰਾਂ ਦੀ ਮਜਬੂਰੀ ਹੈ, ਕੋਈ ਜਾਣਬੁੱਝ ਕੇ ਨਹੀਂ ਇਹ ਚੀਜ਼ਾਂ ਕਰਦਾ। ਹੁਣ ਕੋਲ ਦੀ ਜਿਹੜੀ ਪ੍ਰੋਬਲਮ ਹੈ ਉਹ ਸਾਰੀ ਦੁਨੀਆ ਨੂੰ ਪਤਾ। ਮੈਂ ਚਾਹੂੰਗਾ ਤੁਹਾਡੇ ਥਰੂ ਲੋਕਾਂ ਨੂੰ ਇੱਕ ਅਪੀਲ ਕਰਨੀ, ਹੱਥ ਜੋੜ ਕੇ ਅਪੀਲ ਕਰਦਾ ਮੈਂ ਕਿ ਸਾਡੀ ਸਰਕਾਰ ਦਾ, ਸਾਡੀ ਕਾਹਦੀ, ਤੁਹਾਡੀ ਸਰਕਾਰ ਹੈ, ਤੁਸੀਂ ਚੁਣੀ ਹੋਈ ਹੈ, ਅੱਗੇ ਵੀ ਤੁਸੀਂ ਚੁਣਨੀ ਹੈ, ਸਰਕਾਰ ਦਾ ਸਾਥ ਦਿਓ। ਬਿਲਕੁਲ ਫਾਲਤੂ ਬਿਜਲੀ ਸਾਡੇ ਲੋਕਾਂ ਨੂੰ ਨਹੀਂ ਬਾਲਣੀ ਚਾਹੀਦੀ। ਕਮਰੇ ਦੇ ਵਿੱਚ ਜਾਂਦੇ ਹੋ, ਲਾਈਟ ਲਾ ਲਓ, ਜਦੋਂ ਕਮਰੇ 'ਚ ਚਾਹੇ 4 ਮਿੰਟ ਲਈ ਵੀ ਬਾਹਰ ਆਉਣਾ ਉਹ ਸਵਿਚ ਬੰਦ ਕਰ ਦਿਓ, ਏਸੀ ਘੱਟ ਕਰ ਦਿਓ। ਵੈਸੇ ਵੀ ਹੁਣ ਮੌਸਮ ਠੀਕ ਹੋ ਗਿਆ, ਆਪਾਂ ਸਾਰੇ ਜਣੇ ਰਲ ਕੇ ਪੰਜਾਬ ਨੂੰ ਬਹੁਤ ਖੂਬਸੂਰਤ ਬਣਾਉਣਾ। ਇਹ ਜਿਹੜਾ ਇਲੈਕਟ੍ਰਿਸਿਟੀ ਸੰਕਟ ਆ ਰਿਹਾ, ਸਾਡੇ ਲੋਕਾਂ ਨੂੰ ਕੋਈ ਧਰਨੇ ਨਹੀਂ ਦੇਣੇ ਚਾਹੀਦੇ। ਸਾਡੀ ਸਰਕਾਰ ਨਾਲ ਤੁਹਾਡੀ ਸਰਕਾਰ ਹੈ, ਇਹਨੂੰ ਤੁਸੀਂ ਸਾਥ ਦੇ ਕੇ ਇਹ ਜਿਹੜਾ ਸੰਕਟ ਹੈ ਇਹਨੂੰ ਆਪਾਂ ਸਾਰਿਆਂ ਨੇ ਹੱਲ ਕਰਨਾ ਹੈ। ਤੁਹਾਡੇ ਸਾਰਿਆਂ ਦਾ ਬਹੁਤ ਧੰਨਵਾਦ। ਜੈ ਹਿੰਦ। ਸੋ ਇਹ ਸਨ ਸਾਡੇ ਨਾਲ ਕਾਂਗਰਸ ਦੇ ਐਮਐਲਏ ਕੁਲਦੀਪ ਸਿੰਘ ਵੈਦ ਜੀ, ਜਿਨ੍ਹਾਂ ਨੇ तमाम ਸਵਾਲਾਂ ਦੇ ਅੱਜ ਜਵਾਬ ਦਿੱਤੇ। ਸਰ ਬਹੁਤ ਬਹੁਤ ਧੰਨਵਾਦ ਆਪਣਾ ਕੀਮਤੀ। ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ। ਅਗਲੇ ਹਫਤੇ ਫਿਰ ਹੋਵਾਂਗੇ ਹਾਜ਼ਰ ਇੱਕ ਹੋਰ ਨਵੇਂ ਸਿਆਸਤਦਾਨ ਦੇ ਨਾਲ। ਤਦ ਤੱਕ ਤੁਸੀਂ ਬਣੇ ਰਹੋ ਸਾਂਝਾ ਟੀਵੀ ਦੇ ਨਾਲ। ਮੈਨੂੰ ਇਜਾਜ਼ਤ, ਸਤਿ ਸ਼੍ਰੀ ਅਕਾਲ।